ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਨੂੰ ਬਹੁਤ ਬਹੁਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਜਿਹੜਾ ਸ਼ਬਦ ਹੈ, ਅੱਜ ਵੈਸੇ ਸੰਗਤ ਜੀ ਤੁਸੀਂ ਸਵੇਰ ਤੋਂ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੇ ਦਰਸ਼ਨ ਕਰਦੇ ਹੋਵੋਗੇ। ਅੱਜ ਸਾਰੀ ਜਗ੍ਹਾ ਕਥਾ ਕੀਰਤਨ ਚੱਲ ਰਹੇ ਨੇ। ਹੁਣ ਸਾਰੇ ਘਰਾਂ 'ਚ ਬੈਠੇ ਨੇ, ਇਸ ਲਈ ਅਸੀਂ ਆਨਲਾਈਨ ਹੀ ਕਰ ਸਕਦੇ ਹਾਂ, ਅਸੀਂ ਕਥਾ ਕੀਰਤਨ ਸੁਣ ਸਕਦੇ ਹਾਂ। ਤੇ ਤੁਸੀਂ ਸਵੇਰ ਤੋਂ ਹੀ ਅੱਜ ਉਹਨਾਂ ਦੇ ਜੀਵਨ ਦੇ ਦਰਸ਼ਨ ਕਰਦੇ ਪਏ ਹੋ ਜੀ। ਤੇ ਅੱਜ ਦਾ ਜੋ ਸ਼ਬਦ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ, ਰੇ ਮਨ ਓਟ ਲੇਹੋ ਹਰ ਨਾਮਾ। ਅਸੀਂ ਰੋਜ਼ 9ਵੇਂ ਮਹੱਲੇ ਦੇ ਸ਼ਲੋਕ ਉਹਨਾਂ ਦੇ ਕਰ ਰਹੇ ਹਾਂ। ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੜੀ ਵਿਰਾਗਮਈ ਹੈ। ਉਹਨਾਂ ਦੇ 9ਵੇਂ ਮਹੱਲੇ ਚੋਂ 3 ਮੈਂ ਸ਼ਲੋਕ ਲਿੱਤੇ ਨੇ, ਜੋ ਮੈਂ ਆਪਣੇ ਅੱਜ ਇਸ ਸ਼ਬਦ ਦਾ ਆਧਾਰ ਬਣਾਇਆ ਹੈ। ਰੇ ਮਨ ਓਟ ਲੇਹੋ ਹਰ ਨਾਮਾ। ਜਿਸ ਤਰ੍ਹਾਂ ਸਾਨੂੰ ਬਾਬਾ ਜੀ ਨੇ ਕਿਹਾ ਹੈ, ਅਸੀਂ ਉਹਨਾਂ ਦੇ ਜੀਵਨ ਦੇ ਦਰਸ਼ਨ ਤੇ ਅੱਜ ਕੀਤੇ ਹੈ। ਅੱਜ ਅਸੀਂ ਉਹਨਾਂ ਦੇ ਉਪਦੇਸ਼ਾਂ ਤੇ ਉਹਨਾਂ ਨੇ ਕੀ ਸਾਨੂੰ ਉਪਦੇਸ਼ ਦਿੱਤੇ ਨੇ, ਅੱਜ ਇਹ 3 ਸ਼ਲੋਕ ਲੈ ਕੇ ਥੋੜਾ ਜਿਹਾ ਅਸੀਂ ਇਹਦੇ ਤੇ ਵਿਚਾਰ ਸਾਂਝੇ ਕਰਾਂਗੇ। ਉਹਨਾਂ ਦਾ ਜਿਹੜਾ 13ਵਾਂ, ਸੁਖ ਦੁੱਖ ਜਹ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਜਿਸ ਤਰ੍ਹਾਂ ਪੂਰੇ 9ਵੇਂ ਸ਼ਲੋਕਾਂ 'ਚ, 9ਵੇਂ ਮਹੱਲੇ ਦੇ ਸ਼ਲੋਕਾਂ 'ਚ, ਸਾਰੇ ਸ਼ਲੋਕਾਂ 'ਚ, ਪੂਰੀ ਬਾਣੀ 'ਚ ਹੀ ਲਿਖਿਆ ਹੈ ਕਿ ਗੁਰਸਿੱਖ ਨੂੰ ਸੁੱਖ ਤੋਂ ਦੁੱਖ ਤੋਂ ਨਿਰਲੇਪ ਹੋਣਾ ਚਾਹੀਦਾ। ਉਹਨਾਂ ਨੂੰ ਜਿਹੜਾ ਗੁਰਸਿੱਖ ਹੈ, ਬਾਣੀ ਨੂੰ ਮੰਨਦਾ ਹੈ, ਗੁਰੂ ਦੀ ਆਗਿਆ ਦਾ ਪਾਲਨ ਕਰਦਾ ਹੈ, ਤੇ ਉਹਨੂੰ ਗੁਰੂ ਦੇ ਭਾਣੇ 'ਚ ਵਿੱਚ ਰਹਿਣਾ ਚਾਹੀਦਾ ਹੈ। ਅਗਰ ਸਾਨੂੰ ਸੁੱਖ ਮਿਲਦਾ ਹੈ, ਉਹ ਵੀ ਉਸ ਮਾਲਿਕ ਦੀ ਦੇਣ ਹੈ, ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਔਰ ਅਗਰ ਸਾਨੂੰ ਦੁੱਖ ਆ ਰਿਹਾ ਹੈ ਤੇ ਉਹ ਵੀ ਉਸ ਮਾਲਿਕ ਦੀ ਦੇਣ ਹੈ, ਸਾਨੂੰ ਉਹਦੇ 'ਚ ਵੀ ਉਹਨਾਂ ਦਾ ਭਾਣਾ ਮੰਨ ਕੇ ਸਾਨੂੰ ਉਹਦੇ 'ਚ ਰਹਿਣਾ ਚਾਹੀਦਾ ਹੈ। ਰੇ ਮਨ ਓਟ ਲੇਹੋ ਹਰ ਨਾਮਾ। ਜਿਸ ਤਰ੍ਹਾਂ ਕਿ ਸਾਨੂੰ ਨਾਮ ਸਿਮਰਨ ਕਰਨ ਵਾਸਤੇ, ਭਜਨ ਬੰਦਗੀ ਕਰਨ ਵਾਸਤੇ ਸਾਨੂੰ ਬਾਰ-ਬਾਰ ਬਾਬਾ ਜੀ ਨੇ ਕਿਹਾ ਹੈ। ਕਿਉਂਕਿ ਸਾਡਾ ਆਧਾਰ ਹੀ ਇਹੀ ਹੈ, ਸਿਮਰਨ ਕਰਨਾ। ਇਸ ਤੋਂ ਬਿਨਾਂ ਸਾਡੀ ਗਤੀ ਨਹੀਂ ਹੋ ਸਕਦੀ। ਇੱਕ ਵਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਭਾਈ ਕੇਦਾਰਾ ਜੀ ਆਏ ਤੇ ਉਹਨਾਂ ਨੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਪਾਤਸ਼ਾਹ, ਕਿਆ ਇੱਕ ਸਿੱਖ ਇੰਨਾ ਸੰਜੀਦ ਹੋ ਸਕਦਾ ਹੈ ਕਿ ਉਹਨੂੰ ਸੁੱਖ ਔਰ ਦੁੱਖ ਉਹਨੂੰ ਇੱਕੋ ਜਿਹੇ ਲੱਗਣ? ਕਿਆ ਸਿੱਖ ਦੀ ਇੰਨੀ ਅਵਸਥਾ, ਸੰਜੀਦਗੀ ਦੀ ਇੰਨੀ ਅਵਸਥਾ ਉੱਚੀ ਹੋ ਸਕਦੀ ਹੈ ਕਿ ਉਹਨੂੰ ਇਹ ਚੀਜ਼ਾਂ ਤੋਂ ਉਹ ਨਿਰਲੇਪ ਹੋਏ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ, ਉਹਨਾਂ ਨੇ ਇਹ ਨਹੀਂ ਕਿਹਾ ਕਿਉਂਕਿ ਉਹ ਤੇ ਗੁਰੂ ਸੀ, ਔਰ ਸਾਡੇ ਗੁਰੂ ਤੇ ਇਹ ਸਾਰੀ ਚੀਜ਼ਾਂ ਤੋਂ ਤੇ ਉਹ ਬਹੁਤ ਉੱਚੇ ਸੀ ਉਹਨਾਂ ਵਾਸਤੇ, ਤੇ ਇਹ ਸਾਰਾ ਕੁਝ ਇੱਕੋ ਸਮਾਨ ਸੀ। ਹਰਖ ਸੋਗ ਸਾਰਾ ਕੁਝ ਉਹਨਾਂ ਨੇ ਇੱਕੋ ਜਿਹੇ ਸਮਾਨ ਸੀ। ਤੇ ਉਹਨਾਂ ਨੇ ਆਪਣਾ ਐਗਜ਼ਾਮਪਲ ਨਹੀਂ ਦਿੱਤਾ। ਉਹਨਾਂ ਨੇ ਕੇਦਾਰਾ ਜੀ ਨੂੰ ਕਿਹਾ ਕਿ ਤੁਸੀਂ ਗੁਜਰਾਤ ਚਲੇ ਜਾਓ। ਇਹ ਵਾਲਾ ਗੁਜਰਾਤ, ਹੁਣ ਵਾਲਾ ਗੁਜਰਾਤ ਨਹੀਂ, ਪਾਕਿਸਤਾਨ ਵਾਲਾ। ਤੁਸੀਂ ਉੱਥੇ ਚਲੇ ਜਾਓ ਤੇ ਤੁਸੀਂ ਭਾਈ ਭਿਖਾਰੀ ਜੀ ਨੂੰ ਮਿਲੋ। ਕੇਦਾਰਾ ਜੀ ਨੇ ਕਿਹਾ, ਕਿਉਂ ਸੱਚੇ ਪਾਤਸ਼ਾਹ, ਉਹਨਾਂ ਨੂੰ ਕਿਉਂ? ਕਹਿੰਦੇ, ਜੇ ਤੁਸੀਂ ਸਿੱਖ ਦੀ ਸੰਜੀਦਗੀ ਦੇਖਣੀ ਹੈ ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ। ਤੇ ਭਾਈ ਕੇਦਾਰਾ ਜੀ ਤੁਰ ਪਏ, ਉਹਨਾਂ ਦੇ ਪਿੰਡ ਪਹੁੰਚੇ। ਪਿੰਡ ਪਹੁੰਚ ਕੇ ਉਹਨਾਂ ਨੇ ਪਿੰਡ 'ਚੋਂ ਕਿਸੇ ਨੂੰ ਪੁੱਛਿਆ ਕਿ ਭਾਈ ਭਿਖਾਰੀ ਜੀ ਦੇ ਘਰ ਦਾ ਰਸਤਾ ਪੁੱਛਿਆ ਕਿ ਉਹ ਕਿੱਥੇ ਰਹਿੰਦੇ ਨੇ, ਤੇ ਦੱਸਿਆ ਗਿਆ ਕਿ ਤੁਸੀਂ ਇੱਧਰ ਚਲੇ ਜਾਓ ਤੇ ਉੱਥੇ ਉਹਨਾਂ ਦਾ ਘਰ ਹੈ। ਜਦੋਂ ਉੱਥੇ ਉਹਨਾਂ ਦੇ ਘਰ ਪਹੁੰਚੇ ਤੇ
केदारा जी ने की देखा कि शामियाने लगे हुए ने, बहुत चहल पहल है, घर च मिठाइयाँ बन रही ने, चारों तरफ खुशी का माहौल है। ਤੇ ਉੱਥੇ ਉਹਨਾਂ ਨੂੰ ਕਿਸੇ ਨੂੰ ਪੁੱਛਿਆ ਕਿ ਕੀ ਓਕੇਜ਼ਨ ਹੈ, ਕੀ ਗੱਲ ਹੈ। ਤੇ ਦੱਸਿਆ ਗਿਆ ਕਿ ਕੱਲ ਭਾਈ ਭਿਖਾਰੀ ਜੀ ਦੇ ਵੱਡੇ ਪੁੱਤਰ ਦਾ ਆਨੰਦ ਕਾਰਜ ਹੈ। ਤੇ ਉਹ ਕਹਿੰਦੇ ਜੀ ਮੈਂ ਤੇ ਭਿਖਾਰੀ ਜੀ ਨੂੰ ਮਿਲਣ ਆਇਆ, ਮੈਂ ਭਾਈ ਭਿਖਾਰੀ ਜੀ ਨੂੰ ਮਿਲਣ ਆਇਆ, ਤੁਸੀਂ ਦੱਸੋਗੇ ਉਹ ਮੈਨੂੰ ਕਿੱਥੇ ਮਿਲਣਗੇ। ਤੇ ਉੱਥੇ ਉਹ ਘਰ ਦੇ ਕਿਸੇ ਮੈਂਬਰ ਨੇ ਕਿਹਾ ਕਿ ਘਰ ਦੇ ਪਿੱਛੇ ਇੱਕ ਛੱਤ ਹੈਗੀ ਹੈ, ਤੁਸੀਂ ਉਹਦੇ ਪਿੱਛੇ ਵਾਲੇ ਪਾਸੇ ਚਲੇ ਜਾਓ, ਉੱਥੇ ਤੁਹਾਨੂੰ ਉਹ ਮਿਲ ਜਾਣਗੇ। ਉਹ ਪਿੱਛੇ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਔਰ ਖੜੇ ਰਹਿੰਦੇ ਨੇ ਤੇ ਪੁੱਛਦੇ ਨੇ, ਕਹਿੰਦੇ ਨੇ केदारा जी ਨੂੰ ਪੁੱਛਦੇ ਨੇ ਕਿ ਤੁਸੀਂ ਕਿੱਥੋਂ ਆਏ ਹੋ। ਤੇ केदारा जी ਕਹਿੰਦੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਇਹ ਸੁਣਦੇ ਹੀ ਭਾਈ ਭਿਖਾਰੀ ਜੀ ਉਹਨਾਂ ਦੇ ਚਰਨ ਛੂ ਲੈਂਦੇ ਨੇ, ਕਹਿੰਦੇ ਨੇ ਤੁਸੀਂ ਗੁਰੂ ਦਰਬਾਰ ਵਿੱਚੋਂ ਆਏ ਹੋ, ਤੁਸੀਂ ਮੇਰੇ ਸਤਿਗੁਰਾਂ ਕੋਲੋਂ ਆਏ ਹੋ। ਤੇ ਉਹਨਾਂ ਦੇ ਪੈਰ ਛੂ ਲੈਂਦੇ ਨੇ। ਫਿਰ ਉਹਨਾਂ ਦੀ ਪੁੱਛਦੇ ਨੇ, ਉਹਨਾਂ ਦੇ ਸੁੱਖ ਸ਼ਾਂਤ ਪੁੱਛਦੇ ਨੇ ਕਿ ਉੱਥੇ ਸਭ ਠੀਕ ਹੈ, ਤੁਸੀਂ ਠੀਕ ਹੋ। ਉਹਨਾਂ ਨੂੰ ਜਲ ਛਕਾਉਂਦੇ ਨੇ ਔਰ ਆਪਣੇ ਕੰਮ 'ਚ ਮਸਤ ਹੋ ਜਾਂਦੇ ਨੇ। ਭਾਈ केदारा जी ਇੱਕ ਪਾਸੇ ਬੈਠ ਜਾਂਦੇ ਨੇ ਔਰ ਭਾਈ ਭਿਖਾਰੀ ਜੀ ਉਹ ਆਪਣਾ ਸਿਮਰਨ ਕਰਨ ਲੱਗ ਪੈਂਦੇ ਨੇ ਔਰ ਇੱਕ ਤੱਪੜ ਸੀ ਜਾਂਦੇ ਨੇ। ਤੇ ਤੱਪੜ ਹੁੰਦਾ ਬਹੁਤ ਵੱਡਾ ਕੱਪੜਾ, ਉਹ ਤੱਪੜ ਸੀ ਜਾਂਦੇ ਨੇ। ਤੇ ਥੋੜੀ ਦੇਰ ਹੋ ਜਾਂਦੀ ਹੈ ਤੇ ਉਹ केदारा जी ਥੋੜੇ ਹੈਰਾਨ ਹੁੰਦੇ ਨੇ ਕਿ ਬਈ ਇਹ ਤੇ ਆਪਣੇ 'ਚ ਮਸਤ ਨੇ। ਥੋੜੀ ਦੇਰ ਬਾਅਦ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਇੱਥੇ ਬੈਠੋ, ਮੈਂ ਹੁਣੇ ਆਉਣਾ ਹੈ। ਤੇ ਜਾਂਦੇ ਨੇ केदारा जी ਉਡੀਕਦੇ ਰਹਿੰਦੇ ਨੇ ਤੇ ਥੋੜੀ ਦੇਰ ਬਾਅਦ ਕੀ ਦੇਖਦੇ ਨੇ ਕਿ ਭਾਈ ਭਿਖਾਰੀ ਜੀ ਆ ਰਹੇ ਨੇ ਤੇ ਸਿਰ ਤੇ ਇੱਕ ਪੰਡ ਲੱਕੜੀਆਂ ਦੀ ਚੁੱਕੀ ਹੋਈ ਹੈ ਔਰ ਲਿਆ ਕੇ ਇੱਕ ਪਾਸੇ ਰੱਖ ਦਿੰਦੇ ਨੇ ਔਰ ਬੈਠ ਜਾਂਦੇ ਨੇ। ਫਿਰ ਆਪਣੇ ਕੰਮ 'ਚ ਮਸਤ ਹੋ ਜਾਂਦੇ ਨੇ, ਸਿਮਰਨ 'ਚ ਮਸਤ ਹੋ ਜਾਂਦੇ ਨੇ ਔਰ ਆਪਣੇ ਕੰਮ 'ਚ ਤੱਪੜ ਸੀਨ 'ਚ ਮਸਤ ਹੋ ਜਾਂਦੇ ਨੇ। ਸ਼ਾਮ ਪੈ ਜਾਂਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਜਗ੍ਹਾ ਦੱਸ ਦਿੰਦੇ ਨੇ ਕਿ ਤੁਸੀਂ ਇੱਥੇ ਸੌਣਾ ਹੈ। ਔਰ ਜਿਸ ਤਰ੍ਹਾਂ ਹੀ ਕਹਿੰਦੇ ਨੇ ਤੇ ਬਾਹਰ ਸ਼ੋਰ ਪੈ ਜਾਂਦਾ, ਪਿੰਡ ਦੇ ਵਿੱਚ ਡਾਕੂਆਂ ਦੇ ਆਉਣ ਦਾ ਸ਼ੋਰ ਪੈ ਜਾਂਦਾ। ਜਦੋਂ ਸ਼ੋਰ ਪੈ ਜਾਂਦਾ ਤੇ ਗੋਲੀ ਚੱਲਣ ਦੀ ਵੀ ਆਵਾਜ਼ ਸੁਣਾਈ ਦਿੰਦੀ ਹੈ ਤੇ ਪਤਾ ਚੱਲਦਾ ਹੈ ਕਿ ਪਿੰਡ ਦੇ ਵਿੱਚ ਡਾਕੂਆਂ ਨੇ ਹਮਲਾ ਕਰ ਦਿੱਤਾ ਔਰ ਡਾਕੂਆਂ ਦਾ ਪਿੱਛਾ ਕਰਨ ਵਾਸਤੇ ਪਿੰਡ ਦੇ ਕਈ ਨੌਜਵਾਨ ਉਹਨਾਂ ਦਾ ਪਿੱਛਾ ਕਰਨ ਗਏ ਔਰ ਵਿੱਚ ਇੱਕ ਨੌਜਵਾਨ ਨੂੰ ਗੋਲੀ ਲੱਗ ਜਾਂਦੀ ਹੈ। ਤੇ ਜਿਸ ਨੌਜਵਾਨ ਨੂੰ ਗੋਲੀ ਲੱਗਦੀ ਹੈ ਉਹ ਭਾਈ ਭਿਖਾਰੀ ਜੀ ਦਾ ਬੇਟਾ ਹੁੰਦਾ ਹੈ, ਜਿਹਦਾ ਸਵੇਰੇ ਆਨੰਦ ਕਾਰਜ ਹੁੰਦਾ ਹੈ। ਤੇ ਘਰ ਪੁੱਤਰ ਦੀ ਲਾਸ਼ ਆਂਦੀ ਹੈ। ਭਾਈ ਭਿਖਾਰੀ ਜੀ केदारा जी ਪੁੱਛਦੇ ਨੇ, ਉਹ ਮਨ 'ਚ ਸੋਚਦੇ ਨੇ ਕਿ ਨਾ ਇਹਨਾਂ ਦੇ ਮਨ ਤੇ ਕੋਈ, ਨਾ ਇਹਨਾਂ ਦੇ ਚਿਹਰੇ ਤੇ ਕੋਈ ਵਿਆਹ ਦਾ ਚਹਿਲ ਪਹਿਲ ਦੀ ਖੁਸ਼ੀ ਸੀ ਔਰ ਨਾ ਹੁਣ ਇਹਨਾਂ ਨੇ ਜਦੋਂ ਸੁਣਿਆ ਕਿ ਇਹਨਾਂ ਦੇ ਪੁੱਤਰ ਨੂੰ ਗੋਲੀ ਲੱਗ ਗਈ ਹੈ ਤੇ ਨਾ ਇਹਨਾਂ ਦੇ ਮੁਖ ਤੇ ਕੋਈ ਉਦਾਸੀ ਹੈ, ਕੋਈ ਗਮ ਦਿਖ ਰਿਹਾ ਹੈ। ਤੇ ਜਦੋਂ ਉਹਨਾਂ ਨੂੰ ਕੋਈ ਆ ਕੇ ਦੱਸਦਾ ਹੈ ਕਿ ਭਾਈ ਭਿਖਾਰੀ ਜੀ ਨੂੰ ਕਿ ਆਪ ਜੀ ਦੇ ਪੁੱਤਰ ਨੂੰ ਗੋਲੀ ਲੱਗ ਗਈ ਹੈ ਤੇ ਭਿਖਾਰੀ ਜੀ ਕਹਿੰਦੇ ਹੈ ਪਤਾ ਹੈ। ਅੱਗੋਂ ਉਹ ਕਹਿੰਦੇ ਨੇ ਕਿ ਜਿਸ ਪੁੱਤਰ ਦਾ ਕੱਲ ਆਨੰਦ ਕਾਰਜ ਹੈ ਉਹਨੂੰ ਗੋਲੀ ਲੱਗ ਗਈ ਹੈ। ਉਹ ਕਹਿੰਦੇ ਹੈ ਲੱਕੜੀਆਂ ਲਿਆਈਆਂ ਹੋਈਆਂ ਹੈ ਔਰ ਜਿਹੜੇ ਲੋਕਾਂ ਨੇ ਸ਼ੋਕ ਵਾਸਤੇ ਆਣਾ ਹੈ ਉਹਨਾਂ ਦੇ ਵਾਸਤੇ ਤੱਪੜ ਵੀ ਸੀਤਾ ਹੋਇਆ, ਉਹਨਾਂ ਦੇ ਬੈਠਣ ਵਾਸਤੇ ਤੱਪੜ ਵੀ ਸੀਤਾ ਹੋਇਆ ਹੈ। ਭਾਈ केदारा जी ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ
ਉਹ ਦੇਖਦੇ ਨੇ ਕਿ ਇੰਨੀ ਉੱਚੀ ਅਵਸਥਾ, ਕਿ ਨਾ ਇਹਨਾਂ ਦੇ ਮੁਖ ਤੇ ਕੋਈ ਚਹਿਲ ਪਹਿਲ ਦੀ ਕੋਈ ਖੁਸ਼ੀ ਸੀ, ਵਿਆਹ ਦੀ ਖੁਸ਼ੀ ਸੀ, ਔਰ ਹੁਣ ਉਹਨਾਂ ਦੇ ਪੁੱਤਰ ਦੀ ਲਾਸ਼ ਪਈ ਹੋਈ ਹੈ, ਔਰ ਨਾ ਇਹਨਾਂ ਦੇ ਮੁਖ ਤੇ ਕੋਈ ਉਦਾਸੀ ਹੈ। ਤੇ ਉਹ ਉਹਨਾਂ ਨੂੰ ਹੁਣ ਸਮਝ ਆ ਜਾਂਦੀ ਹੈ, ਤੇ ਉਹਨਾਂ ਨੂੰ ਪੁੱਛਦੇ ਨੇ, ਭਿਖਾਰੀ ਜੀ ਨੂੰ, ਭਾਈ ਭਿਖਾਰੀ ਜੀ ਨੂੰ ਪੁੱਛਦੇ ਨੇ ਭਾਈ ਕੇਦਾਰਾ ਜੀ, ਕਹਿੰਦੇ ਨੇ ਭਾਈ ਜੀ ਆਪ ਜੀ ਦੀ, ਤੁਸੀਂ ਇੰਨੀ ਉੱਚੀ ਅਵਸਥਾ ਵਿੱਚੋਂ ਲੰਘ ਰਹੇ ਸੀ ਕਿ ਆਪ ਜੀ ਨੂੰ ਸਭ ਕੁਝ ਪਤਾ ਸੀ, ਤੇ ਫਿਰ ਆਪ ਜੀ ਨੇ ਆਪਣੇ ਗੁਰੂ ਕੋਲੋਂ ਆਪਣੇ ਪੁੱਤਰ ਦੀ ਲੰਬੀ ਉਮਰ ਕਿਉਂ ਨਹੀਂ ਤੁਸੀਂ ਮੰਗ ਲਈ? ਤੇ ਅੱਗੋਂ ਭਾਈ ਭਿਖਾਰੀ ਜੀ ਕਹਿੰਦੇ ਨੇ ਕਿ ਮੈਂ ਆਪਣੇ ਗੁਰੂ ਕੋਲੋਂ ਮੈਂ ਸੱਚ ਮੰਗਿਆ ਹੈ, ਮੈਂ ਆਪਣੇ ਗੁਰੂ ਕੋਲੋਂ ਝੂਠ ਨਹੀਂ ਮੰਗਿਆ। ਕਿਉਂ? ਕਿਉਂਕਿ ਸਾਨੂੰ ਬਾਣੀ ਕਹਿੰਦੀ ਹੈ ਕਿ ਇਹ ਜਗ ਝੂਠ ਹੈ, ਮਰਨਾ ਸੱਚ ਹੈ, ਇਹ ਜੀਵਨ ਝੂਠ ਹੈ, ਇਹ ਸਭ ਝੂਠ ਹੈ। ਭਾਈ ਭਿਖਾਰੀ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਕੋਲੋਂ ਨਾਮਦਾਨ ਮੰਗਿਆ ਹੈ, ਮੈਂ ਪ੍ਰਾਣ ਨਹੀਂ ਮੰਗੇ। ਤੇ ਉਦੋਂ ਭਾਈ ਕੇਦਾਰਾ ਜੀ ਨੂੰ ਸਮਝ ਆਂਦੀ ਹੈ ਕਿ ਸਿੱਖ ਵੀ ਇੰਨੇ ਸੰਜੀਦ ਹੋ ਸਕਦੇ ਨੇ, ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਸਕਦੀ ਹੈ ਕਿ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਕਿ ਜਦੋਂ ਸੇਵਕ ਦੀ, ਜਦੋਂ ਗੁਰਸਿੱਖ ਦੀ, ਜਦੋਂ ਇੱਕ ਸੇਵਕ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਉਹਨੂੰ ਹੱਸਣਾ ਔਰ ਰੋਣਾ, ਉਹਨੂੰ ਹਰਕ ਔਰ ਉਹਨੂੰ ਸੋਭ, ਉਹਨੂੰ ਇੱਕੋ ਜਿਹੇ ਲੱਗਦੇ ਨੇ, ਉਹਦੇ ਉੱਤੇ ਕੋਈ ਇਸ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ। ਤੇ ਫਿਰ ਕੀ ਹੁੰਦਾ ਹੈ? ਕਹਿੰਦੇ ਨੇ ਅੱਗੇ ਉਹ ਲਿਖਦੇ ਨੇ, ਕਹਿੰਦੇ ਨੇ ਚੰਦ ਮੁਬਾਰਕ ਈਦ ਪੂਰਾ ਖੜੋਬਣਾ। ਕਹਿੰਦੇ ਨੇ ਜਿਸ ਤਰ੍ਹਾਂ ਇਸ ਅਵਸਥਾ 'ਚ ਆ ਕੇ ਇੱਕ ਸੇਵਕ ਨੂੰ ਆਪਣਾ ਗੁਰੂ ਤੇ ਪਿਆਰਾ ਹੁੰਦਾ ਹੀ ਹੈ, ਪਰ ਇਸ ਅਵਸਥਾ 'ਚ ਆ ਕੇ ਜਦੋਂ ਸੇਵਕ ਨੂੰ ਉਹ ਹਰਕ, ਉਹ ਸੋਭ, ਜਦੋਂ ਇਹ ਸਾਰੀ ਮਾਇਆ, ਜਦੋਂ ਕਿਸੇ ਵੀ ਚੀਜ਼ ਤੋਂ ਉਹਨੂੰ, ਉਹ ਹਰ ਇੱਕ ਚੀਜ਼ ਤੋਂ, ਹਰ ਇੱਕ ਦੋਸ਼ ਤੋਂ ਜਦੋਂ ਉਹ ਨਿਰਲੇਪ ਹੋ ਜਾਂਦਾ, ਜਦੋਂ ਉਹਦੇ ਉੱਤੇ ਕਿਸੇ ਦੁੱਖ ਸੁੱਖ, ਮਾਇਆ, ਮੋਹ, ਮਾਨ, ਅਭਿਮਾਨ, ਲੋਭ, ਉਹਨੂੰ ਕਿਸੇ ਚੀਜ਼ ਦਾ ਜਦੋਂ ਉਹਦੇ ਤੇ ਅਸਰ ਨਹੀਂ ਪੈਂਦਾ, ਜਦੋਂ ਉਹ ਇੰਨੀ ਅਵਸਥਾ 'ਚ ਉੱਚਾ ਪਹੁੰਚ ਜਾਂਦਾ ਹੈ, ਤੇ ਉਹ ਕਿਸ ਤਰ੍ਹਾਂ ਦਾ ਹੋ ਜਾਂਦਾ? ਜਿਸ ਤਰ੍ਹਾਂ ਇੱਕ ਸੂਰਜ, ਇੱਕ ਮੁਸਲਮਾਨ ਵਾਸਤੇ ਸਾਰਿਆਂ ਨਾਲੋਂ ਮੁਬਾਰਕ ਕੀ ਹੁੰਦਾ ਹੈ? ਈਦ ਦਾ ਚਾਂਦ ਦੇਖਣਾ। ਔਰ ਉਸ ਈਦ ਦੇ ਚਾਂਦ ਦੇ ਦਰਸ਼ਨ ਕਰਨ 'ਚ ਜੋ ਪ੍ਰਸੰਨਤਾ ਇੱਕ ਮੁਸਲਮਾਨ ਨੂੰ ਮਿਲਦੀ ਹੈ, ਤੇ ਉਹੀ ਪ੍ਰਸੰਨਤਾ ਆਪਣੇ ਇਹੋ ਜਿਹੇ ਸੇਵਕ ਨੂੰ ਦੇਖ ਕੇ ਇੱਕ ਗੁਰੂ ਨੂੰ ਮਿਲਦੀ ਹੈ। ਜੇ ਸੇਵਕ ਨੂੰ ਗੁਰੂ ਇੰਨਾ ਪਿਆਰਾ ਹੁੰਦਾ ਹੈ ਨਾ, ਤੇ ਗੁਰੂ ਨੂੰ ਉਹ ਸੇਵਕ ਉਸ ਤੋਂ ਵੀ ਜ਼ਿਆਦਾ ਪਿਆਰਾ ਹੁੰਦਾ ਹੈ। ਇਸ ਲਈ ਬਾਣੀ 'ਚ ਵੀ ਇਹ ਲਿਖਿਆ ਹੈ ਕਿ ਜੋ ਇਸ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਹੈ, ਉਹ ਫਿਰ ਭਗਵਾਨ ਦੀ ਮੂਰਤ ਬਣ ਜਾਂਦਾ ਹੈ। ਇਹ 9ਵੇਂ ਮਹੱਲੇ ਦੇ ਸ਼ਲੋਕਾਂ ਵਿੱਚ ਵੀ ਲਿਖਿਆ ਹੋਇਆ ਹੈ। ਫਿਰ ਉਹਦੇ 'ਚ ਲਿਖਿਆ ਹੈ ਜੈਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। 13ਵਾਂ ਸ਼ਲੋਕ ਮੈਂ ਇਹ ਲਿੱਤਾ ਸੀ, ਸੁਖ ਦੁੱਖ ਜੈ ਪਰਸੇ ਨਹੀਂ। ਮਤਲਬ ਕਿ ਸੇਵਕ ਦੀ ਸੰਜੀਦਗੀ, ਸੇਵਕ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ। ਹਰਕ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ। ਮਤਲਬ ਕਿ ਉਹਨਾਂ ਨੂੰ ਬੈਰੀ, ਮੀਤ, ਆਪਣੇ ਸੱਜਣ, ਉਹਨਾਂ ਨੂੰ ਸਾਰੇ ਇੱਕੋ ਜਿਹੇ ਲੱਗਣ ਲੱਗ ਪੈਂਦੇ ਨੇ। ਫਿਰ ਉਹਦੇ 'ਚ ਕੀ ਹੁੰਦਾ? ਉਹਨੂੰ ਹਰ ਇੱਕ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ। ਫਿਰ 21ਵਾਂ ਸ਼ਲੋਕ ਹੈਗਾ ਜੈਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਇਹਦਾ ਅਰਥ ਜੋ ਅੱਗੇ ਆਏਗਾ, ਇਹ ਵਾਲਾ ਆਧਾਰ ਮੈਂ ਉਹਦੇ ਤੇ ਸ਼ਬਦ ਤੇ ਬਣਾਇਆ ਹੈ। ਹੁਣ ਇਹ ਸ਼ਬਦ ਹੈ ਰੇ ਮਨ ਓਟ ਲੇਹੋ ਹਰ ਨਾਮਾ। ਸਾਨੂੰ ਬਾਬਾ ਜੀ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਮਨ ਨੂੰ ਉਹਨਾਂ ਨੇ ਆਪਣੇ ਆਪ ਨੂੰ ਨੀਵਾਂ ਕਿਹਾ ਹੈ ਕਿ ਪਰਮਾਤਮਾ ਨੂੰ, ਕਿ ਤੂੰ ਪਰਮਾਤਮਾ ਦਾ ਓਟ ਆਸਰਾ ਲੈ। ਹੇ ਮਨ, ਤੂੰ ਹਰੀ ਨਾਮ ਦੇ, ਤੂੰ ਪ੍ਰਭੂ ਦੇ ਨਾਮ ਦਾ ਓਟ ਆਸਰਾ ਲੈ। ਉਹਦੇ ਨਾਲ ਕੀ ਹੋਏਗਾ? ਜਾ ਕੇ ਸਿਮਰਨ
ਦੁਰਮਤ ਨਾਸੈ। ਦੁਰਮਤ ਜੋ ਬੁਰੀ ਕਿਸਮਤ ਵੀ ਹੁੰਦੀ ਹੈ ਨਾ, ਉਹ ਵਾਹਿਗੁਰੂ ਦੇ ਨਾਮ ਸਿਮਰਨ ਦੇ ਕਰਨ ਦੇ ਨਾਲ ਉਹ ਬੁਰੀ ਮਤ ਵੀ ਨਸ਼ਟ ਹੋ ਜਾਂਦੀ ਹੈ। ਜਿਹੜੀ ਬੁਰੀ ਮਤ ਹੁੰਦੀ ਹੈ ਨਾ, ਉਹ ਅੱਛੀ ਮਤ ਵਿੱਚ ਕਨਵਰਟ ਹੋ ਜਾਂਦੀ ਹੈ। ਸਾਨੂੰ ਮੁਕਤੀ ਮਿਲ ਜਾਂਦੀ ਹੈ। ਕਿਸ ਤਰ੍ਹਾਂ ਮੁਕਤੀ ਮਿਲ ਜਾਂਦੀ ਹੈ? ਜੋ ਹਰ ਕੇ ਗੁਣ ਗਾਵੇ, ਹਰੀ ਦੇ ਗੁਣ ਗਾਣ ਕਰਕੇ ਅਗਰ ਅਸੀਂ ਆਪਣੀ ਜੇਬਾਂ ਤੋਂ ਗੁਣ ਗਾਈਏ, ਅਗਰ ਅਸੀਂ ਆਪਣੇ ਕੰਨਾਂ ਤੋਂ ਵੀ ਉਹਨਾਂ ਦੇ ਗੁਣ ਸੁਣੀਏ ਨਾ, ਅਸੀਂ ਕਥਾ ਸੁਣੀਏ, ਅਸੀਂ ਕੀਰਤਨ ਸੁਣੀਏ, ਅਸੀਂ ਸਾਖੀਆਂ ਸੁਣੀਏ, ਪ੍ਰਭੂ ਦੇ ਅਸੀਂ ਗਾਇਨ ਸੁਣੀਏ, ਤੇ ਅਸੀਂ ਆਪਣੇ ਕੰਨਾਂ ਤੋਂ ਸੁਣਦੇ ਹਾਂ, ਅਗਰ ਅਸੀਂ ਆਪਣੇ ਜੇਬਾਂ ਤੋਂ ਗੁਣ ਗਾਉਂਦੇ ਹਾਂ, ਤੇ ਉਹਦੇ ਨਾਲ ਵੀ ਸਾਡੀ ਮੁਕਤੀ ਹੁੰਦੀ ਹੈ। ਫਿਰ ਲਿਖਿਆ ਹੈ, ਵੱਡ ਭਾਗੀ ਤੈ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ। ਔਰ ਉਹ ਮਨੁੱਖ ਇੰਨਾ ਵੱਡ ਭਾਗੀ ਹੁੰਦਾ ਹੈ ਜੋ ਹਰੀ ਦੇ ਗੁਣ ਗਾਉਂਦਾ ਹੈ। ਜਨਮ ਜਨਮ ਕੇ ਪਾਪ ਖੋਈ ਕੈ, ਫੁਨ ਬੈਕੁੰਠ ਸਿਧਾਵੇ। ਔਰ ਜਿਹੜੇ ਜਨਮਾਂ ਦੇ ਪਾਪ ਹੁੰਦੇ ਨੇ, ਉਹ ਸਾਡੇ ਬਖਸ਼ੇ ਵੀ ਜਾਂਦੇ ਨੇ। ਕਿਸ ਤਰ੍ਹਾਂ ਬਖਸ਼ੇ ਜਾਂਦੇ ਨੇ? ਅੱਗੇ ਉਹਦਾ ਵੀ ਲਿਖਿਆ ਹੈ, ਅਜਾਮਲ ਕੋ। ਹੁਣ ਇੱਕ ਅਜਾਮਲ ਨੂੰ ਬਾਣੀ 'ਚ ਅਜਾਮਲ ਦਾ ਨਾਮ ਆਇਆ ਹੈ। ਅਜਾਮਲ ਨੂੰ ਪਾਪੀ ਅਜਾਮਲ ਦੇ ਨਾਮ ਤੇ ਜਾਣਿਆ ਜਾਂਦਾ ਹੈ। ਕਿਸ ਤਰ੍ਹਾਂ ਜਾਣਿਆ ਜਾਂਦਾ ਹੈ? ਅਜਾਮਲ ਦੇ ਪਿਤਾ ਉਸ ਟਾਈਮ ਦੇ ਰਾਜਾ ਦੇ ਦਰਬਾਰ 'ਚ ਰਾਜ ਪੁਰੋਹਿਤ ਸੀ। ਜਦੋਂ ਉਹ ਬੜੇ ਵਿਦਵਾਨ ਸੀ, ਉਹਨਾਂ ਦੀ ਇੰਟੈਲੀਜੈਂਸ ਦੀ ਚਰਚਾ ਚਾਰੋਂ ਪਾਸੇ ਸੀ। ਉਹਨਾਂ ਦਾ ਪੁੱਤਰ ਸੀ ਅਜਾਮਲ, ਜੋ ਕਿ ਆਪ ਖੁਦ ਵੀ ਅਜਾਮਲ ਵੀ ਬੜਾ ਵਿਦਵਾਨ ਸੀ, ਇੰਟੈਲੀਜੈਂਟ ਸੀ, ਛੋਟਾ ਬੱਚਾ ਸੀ। ਤੇ ਜਦੋਂ ਪਿਤਾ ਜੀ ਨੇ ਦੇਖਿਆ ਕਿ ਇਹਦੀ ਉਮਰ ਹੋ ਗਈ ਹੈ, 5 ਵਰਸ਼ ਦਾ ਹੋ ਗਿਆ ਹੈ, ਤੇ ਉਹਨੂੰ ਪੜ੍ਹਨੇ ਪਾਉਣ ਦਾ ਸੋਚਿਆ। ਔਰ ਉਸ ਸਮੇਂ 'ਚ ਕੀ ਹੁੰਦਾ ਸੀ ਕਿ ਗੁਰੂ ਦੇ ਕੋਲ ਬੱਚਾ ਜਾਂਦਾ ਸੀ ਔਰ ਪੜ੍ਹਦਾ ਹੁੰਦਾ ਸੀ। ਤੇ ਪਿਤਾ ਜੀ ਨੇ ਸੋਚਿਆ ਕਿ ਇਹਨੂੰ ਗੁਰੂ ਦੇ ਕੋਲ ਭੇਜੀਏ, ਔਰ ਇੱਕ ਉਹਨਾਂ ਨੇ ਵਿਦਵਾਨ ਗੁਰੂ ਆਪਣੇ ਬੱਚੇ ਵਾਸਤੇ ਉਹਨਾਂ ਨੇ ਨਿਯੁਕਤ ਕੀਤਾ, ਔਰ ਆਪਣੇ ਬੱਚੇ ਅਜਾਮਲ ਨੂੰ ਉਹਨਾਂ ਦੇ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਅਜਾਮਲ ਇੰਟੈਲੀਜੈਂਟ ਸੀ ਔਰ ਉਹਨੇ ਗੁਰੂ ਜੀ ਕੋ ਜਾਣਾ ਸ਼ੁਰੂ ਕੀਤਾ। ਔਰ ਇੰਨਾ ਜ਼ਿਆਦਾ ਉਹ ਇੰਟੈਲੀਜੈਂਟ ਸੀ, ਉਹਦੀ ਜ਼ੁਬਾਨ ਤੇ ਸਰਸਵਤੀ ਦਾ ਵਾਸ ਸੀ ਕਿ ਉਹ ਜੋ ਵੀ ਉਹਨੂੰ ਗੁਰੂ ਜੀ ਪੜ੍ਹਾਉਂਦੇ ਹੈ ਬੜੀ ਜਲਦੀ ਕੰਠ ਕਰ ਲੈਂਦਾ ਸੀ। ਔਰ ਜਦੋਂ ਉਹ ਮੰਤਰ ਪੜ੍ਹਦਾ, ਵੇਦ ਪੜ੍ਹਦਾ, ਤੇ ਵਾਤਾਵਰਣ ਬੜਾ ਆਨੰਦਮਈ ਬਣ ਜਾਂਦਾ ਸੀ। ਇੰਨਾ ਸੋਹਣਾ ਉਹ ਗਾਇਨ ਕਰਦਾ ਸੀ ਔਰ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ, ਵਿਦਵਾਨ ਸੀ ਕਿ ਉਹ ਜੋ 20 ਸਾਲ ਦੀ ਪੜ੍ਹਾਈ ਸੀ, ਉਹ 10 ਸਾਲ 'ਚ ਉਹਨੇ ਕੰਪਲੀਟ ਕਰ ਲਿੱਤੀ। ਇੰਨਾ ਵਿਦਵਾਨ ਸੀ ਕਿ ਜਿਹੜੇ ਹੋਰ ਵਿਦਵਾਨ ਸੀ, ਉਹਦੀ ਇੰਟੈਲੀਜੈਂਸ ਦੀ ਚਰਚਾ ਸੁਣ ਕੇ ਕਿ 20 ਸਾਲ ਦੀ ਪੜ੍ਹਾਈ ਉਹਨੇ 10 ਸਾਲ 'ਚ ਪੂਰੀ ਕਰ ਲਈ ਹੈ, ਕਿ ਦੂਰ ਦੂਰ ਤੋਂ ਵਿਦਵਾਨ ਉਹਨੂੰ ਦੇਖਣ ਆਉਂਦੇ ਸੀ ਕਿ ਇਹ ਬੱਚਾ ਕਿਹੜਾ ਹੈ, ਇੰਨਾ ਇੰਟੈਲੀਜੈਂਟ ਹੈ ਕਿ 20 ਸਾਲ ਦੀ ਪੜ੍ਹਾਈ ਉਹਨੇ 10 ਸਾਲ 'ਚ ਕੰਪਲੀਟ ਕਰ ਲਈ। ਤੇ ਇੱਕ ਵਾਰੀ ਕੀ ਹੁੰਦਾ ਹੈ, ਉਹਦੇ ਗੁਰੂ ਜੀ ਕਹਿੰਦੇ ਨੇ, ਅਜਾਮਲ ਤੁਸੀਂ ਸ਼ਿਸ਼ਯ ਹੋ? ਹਾਂਜੀ ਗੁਰੂ ਜੀ, ਮੈਂ ਸ਼ਿਸ਼ਯ ਹਾਂ। ਤੇ ਅੱਗੋਂ ਉਹ ਪੁੱਛਦਾ ਹੈ ਕਿ ਗੁਰੂ ਜੀ ਮੇਰੀ ਹੋਰ ਕਿੰਨੀ ਸਿੱਖਿਆ ਰਹਿੰਦੀ ਹੈ? ਤੇ ਗੁਰੂ ਜੀ ਨੇ ਕਿਹਾ, ਹਾਲੀ 4 ਵਰਸ਼ ਤੁਹਾਡੇ ਹੋਰ ਰਹਿੰਦੇ ਨੇ। ਵੇਦ ਔਰ ਜਿਹੜੇ ਉਪਨਿਸ਼ਦ ਵਗੈਰਾ ਹੈ, ਉਹ ਹਾਲੀ ਕੰਪਲੀਟ ਕਰਨ 'ਚ ਤੁਹਾਨੂੰ 4 ਸਾਲ ਹੋਰ ਲੱਗ ਜਾਣਗੇ, ਤੇ ਤੁਸੀਂ ਹਾਲੀ 4 ਸਾਲ ਦੀ ਤੁਹਾਡੀ ਪੜ੍ਹਾਈ ਬਾਕੀ ਹੈ। ਤੇ ਉਹਨਾਂ ਨੂੰ ਗੁਰੂ ਜੀ ਥੋੜਾ ਧਿਆਨ ਨਾਲ ਉਹਦੇ ਵੱਲ ਦੇਖਦੇ ਨੇ, ਕਿਉਂਕਿ 5 ਸਾਲ ਦੀ ਅਵਸਥਾ 'ਚੋਂ ਜਾਂਦੇ ਨੇ, 10 ਸਾਲ ਪੜ੍ਹ ਲੈਂਦੇ ਨੇ, ਤੇ ਇਹਦਾ ਮਤਲਬ 16-17 ਸਾਲਾਂ ਦੀ ਉਹਨਾਂ ਦੀ ਉਮਰ ਉਸ ਟਾਈਮ ਤੇ ਹੋ ਜਾਂਦੀ ਹੈ, ਤੇ ਜਵਾਨੀ ਉਹਨਾਂ ਦੀ ਥੋੜੀ ਸ਼ੁਰੂ ਹੋ ਜਾਂਦੀ ਹੈ, ਬੱਚਾ ਜਵਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਗੁਰੂ ਵੀ ਬੜੇ ਇੰਟੈਲੀਜੈਂਟ ਸੀ, ਕਿ ਵਿਦਵਾਨ ਸੀ, ਤੇ ਗੁਰੂ ਤੇ ਫਿਰ ਗੁਰੂ ਹੀ ਹੁੰਦੇ ਨੇ। ਤੇ ਗੁਰੂ ਨੇ ਅਜਾਮਲ ਜੀ ਨੂੰ ਧਿਆਨ ਨਾਲ ਦੇਖਿਆ ਔਰ ਥੋੜਾ ਸਮਝ ਗਏ, ਤੇ ਉਹਨਾਂ ਨੂੰ ਕਿਹਾ ਕਿ ਦੇਖੋ, ਤੁਸੀਂ ਨਗਰੀ ਦੇ ਬਾਹਰੋਂ ਜਾਣਾ ਹੈ, ਤੁਸੀਂ ਨਗਰੀ ਦੇ ਅੰਦਰੋਂ ਨਹੀਂ ਆਣਾ ਜਾਣਾ। ਅੱਛਾ ਗੁਰੂ ਜੀ, ਉਹਨਾਂ ਨੇ ਕਹਿਤਾ। ਅੱਛਾ,
ਪਰ ਮਨ 'ਚ ਜਿਗਿਆਸਾ ਹੋਈ ਕਿ ਗੁਰੂ ਜੀ ਨੇ ਮੈਨੂੰ ਮਨਾ ਕਿਉਂ ਕੀਤਾ, ਗੁਰੂ ਜੀ ਨਗਰੀ ਦੇ ਅੰਦਰੋਂ ਕਿਉਂ ਨਹੀਂ ਜਾਣਾ। ਤੇ ਗੁਰੂ ਜੀ ਨੇ ਕੁਛ ਕਿਹਾ ਨਹੀਂ, ਗੁਰੂ ਜੀ ਨੇ ਕਿਹਾ ਬਸ ਗੁਰੂ ਦੀ ਆਗਿਆ ਦਾ ਪਾਲਨ ਕਰਨਾ ਹੀ ਸ਼ਿष्य ਦਾ ਕਰਮ ਹੈ, ਸ਼ਿष्य ਦਾ ਧਰਮ ਹੈ। ਜੀ ਗੁਰੂ ਜੀ। ਤੇ ਇਸ ਤਰ੍ਹਾਂ ਹੀ ਨਗਰੀ ਤੋਂ ਉਹਨਾਂ ਨੇ ਬਾਹਰੋਂ ਜਾਣਾ ਤੇ ਬਾਹਰੋਂ ਆਣਾ। 2-3 ਸਾਲ ਹੋਰ ਨਿਕਲ ਗਏ ਤੇ ਥੋੜਾ ਜਿਹਾ ਵਕਤ ਰਹਿ ਗਿਆ ਉਹਨਾਂ ਦੀ ਸਿੱਖਿਆ ਸੰਪੂਰਨ ਹੋਣ ਵਾਸਤੇ। ਉਦੋਂ ਤੱਕ 2-3 ਸਾਲ ਹੋਰ ਨਿਕਲ ਗਏ, ਮੀਨਸ 20 ਸਾਲ ਦੀ ਉਮਰ ਤੱਕ ਅਵਸਥਾ ਆ ਗਈ ਤੇ ਜਵਾਨ ਹੋ ਗਏ ਤੇ ਮਨ ਚੰਚਲ ਹੋ ਗਿਆ। ਇੱਕ ਦਿਨ ਮਨ ਨੇ ਸੋਚਿਆ ਕਿ ਗੁਰੂ ਜੀ ਨੇ ਮਨਾ ਤੇ ਕੀਤਾ ਹੈ। ਗੁਰੂ ਜੀ ਦੇ ਕੋਲ ਬੈਠੇ ਜਦੋਂ ਵਾਪਸ ਜਾਣ ਲੱਗੇ, ਕਹਿੰਦੇ ਹੁਣ ਥੋੜੇ ਦਿਨ ਰਹਿ ਗਏ ਨੇ, ਗੁਰੂ ਦਕਸ਼ਨਾ ਦੇ ਕੇ ਮੇਰੀ ਸਿੱਖਿਆ ਸੰਪੂਰਨ ਹੋ ਜਾਣੀ ਹੈ ਤੇ ਕਿਉਂ ਨਾ ਅੱਜ ਮੈਂ ਨਗਰੀ ਦੇ ਅੰਦਰੋਂ ਜਾਵਾਂ, ਮੈਂ ਦੇਖਾਂ ਕਿ ਗੁਰੂ ਜੀ ਨੇ ਮੈਨੂੰ ਮਨਾ ਕਿਉਂ ਕੀਤਾ ਹੈ। ਤੇ ਨਗਰੀ ਦੇ ਅੰਦਰੋਂ ਚੱਲ ਪਏ। ਐਨੇ 20 ਸਾਲ ਦੀ ਉਮਰ ਤੱਕ ਨਗਰੀ ਤੋਂ ਬਾਹਰੋਂ ਜਾਂਦੇ ਸੀ, ਬਾਹਰੋਂ ਆਉਂਦੇ ਸੀ ਤੇ ਇਹ ਸਾਰੀ ਚੀਜ਼ਾਂ ਤੋਂ ਉਹ ਦੂਰ ਸੀ। ਹੁਣ 20 ਸਾਲ ਦੀ ਅਵਸਥਾ ਹੋ ਗਈ ਸੀ ਤੇ ਬਹੁਤ ਜਵਾਨ ਹੋ ਗਏ ਸੀ, ਖੂਬਸੂਰਤ ਵੀ ਸੀਗੇ। ਤੇ ਜਦੋਂ ਨਗਰੀ ਦੇ ਅੰਦਰੋਂ ਉਹ ਗਏ ਤੇ ਚੱਕਾ ਚੌਂਦ ਦੇਖ ਕੇ, ਉਥੋਂ ਦੀ ਚਹਿਲ ਪਹਿਲ ਦੇਖ ਕੇ ਤੇ ਉਹਨਾਂ ਨੂੰ ਬੜਾ ਅੱਛਾ ਲੱਗਿਆ। ਆ ਗਏ ਘਰ ਆਏ, ਰਾਤੀ ਨੀਂਦ ਨਹੀਂ ਆਈ। ਚੱਕਾ ਚੌਂਦ ਦੇਖ ਕੇ ਉਹ ਉਹਨਾਂ ਦੇ ਖਿਆਲ ਆਂਦੇ ਰਹੇ, ਉਸ ਮਾਇਆ ਨਗਰੀ ਦੇਖ ਕੇ। ਰਾਤੀ ਨੀਂਦ ਨਹੀਂ ਆਈ, ਸਵੇਰੇ ਉੱਠੇ, ਇਸ਼ਨਾਨ ਕੀਤਾ, ਗੁਰੂ ਜੀ ਪਾਸ ਗਏ। ਗੁਰੂ ਜੀ ਦੇ ਪਾਸ ਜਾ ਕੇ ਬੈਠ ਗਏ। ਗੁਰੂ ਜੀ ਨੇ ਦੇਖਿਆ ਕਿ ਅਜਾਮਲ ਜੀ ਦੇ ਅੱਖਾਂ ਲਾਲ ਨੇ ਔਰ ਮਨ ਉਚਾਟ ਹੈ। ਗੁਰੂ ਜੀ ਉਹਨਾਂ ਨੂੰ ਭਾਂਪ ਗਏ, ਉਹਨਾਂ ਨੂੰ ਪੁੱਛਿਆ, ਅਜਾਮਲ ਕੀ ਗੱਲ ਰਾਤੀ ਤੁਸੀਂ ਸੁੱਤੇ ਨਹੀਂ, ਮਨ ਵੀ ਤੁਹਾਡਾ ਉਚਾਟ ਹੈ। ਨਹੀਂ ਗੁਰੂ ਜੀ, ਐਸੀ ਕੋਈ ਗੱਲ ਨਹੀਂ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਮੈਂ ਤੇ ਨਗਰੀ ਤੋਂ ਬਾਹਰ ਜਾਣਾ ਹੈ ਔਰ ਬਾਹਰੋਂ ਆਣਾ ਹੈ। ਅੱਛਾ ਠੀਕ ਹੈ। ਪਰ ਉਸ ਦਿਨ ਮਨ ਨਹੀਂ ਲੱਗਾ ਪੜ੍ਹਾਈ ਦੇ ਵਿੱਚ। ਕਿਵੇਂ ਵੀ ਕਰਕੇ ਟਾਈਮ ਪਾਸ ਕੀਤਾ, ਫਿਰ ਨਗਰੀ ਚੋਂ ਵਾਪਸ ਆਏ। 10-12 ਦਿਨ ਨਿਕਲ ਗਏ, ਰੋਜ਼ ਨਗਰੀ ਦੇ ਅੰਦਰੋਂ ਜਾਣਾ, ਨਗਰੀ ਦੇ ਅੰਦਰੋਂ ਆਣਾ। ਉਹਨਾਂ ਤੇ ਉਹਦਾ ਮਾਇਆ ਦਾ, ਉਹਦਾ ਚੱਕਾ ਚੌਂਦ ਦਾ ਰੰਗ ਚੜਨਾ ਸ਼ੁਰੂ ਹੋ ਗਿਆ। ਫਿਰ ਕੀ ਸੀ, ਫਿਰ ਗੁਰੂ ਜੀ ਦੇ ਕੋਲ ਵੀ ਲੇਟ ਪਹੁੰਚਣ ਲੱਗ ਗਏ ਤੇ ਗੁਰੂ ਜੀ ਸਮਝ ਗਏ। ਇੱਕ ਦਿਨ ਗੁਰੂ ਜੀ ਸੋਚਦੇ ਨੇ ਕਿ ਕਿਉਂ ਨਾ ਅੱਜ ਮੈਂ ਜਾ ਕੇ ਦੇਖਾਂ ਕਿ ਤਾਂ ਕਿ ਮੈਨੂੰ ਪੂਰਾ ਵਿਸ਼ਵਾਸ ਹੋ ਜਾਏ ਕਿ ਕੀ ਗੱਲ ਹੈ। ਤੇ ਜਦੋਂ ਗੁਰੂ ਜੀ ਦੇ ਕੋਲੋਂ ਵਾਪਸ ਜਾ ਰਹੇ ਸੀ ਅਜਾਮਲ ਜੀ, ਤੇ ਉਹਨਾਂ ਨੇ ਦੇਖਿਆ ਕਿ ਉਹ ਨਗਰੀ ਦੇ ਅੰਦਰੋਂ ਦੀ ਜਾ ਰਹੇ ਨੇ। ਔਰ ਜਦੋਂ ਨਗਰੀ ਦੇ ਅੰਦਰੋਂ ਜਾ ਰਹੇ ਨੇ ਤੇ ਨਗਰੀ ਦੇ ਵਿੱਚ ਔਰਤਾਂ ਵੀ ਸੀ, ਵੈਸ਼ਿਆ ਘਰ ਵੀ ਸੀਗਾ ਤੇ ਉੱਥੋਂ ਦੇ ਹਾਵ ਭਾਵ ਜੋ ਸੀਗੇ ਤੇ ਗੁਰੂ ਜੀ ਨੂੰ ਤੇ ਪਤਾ ਹੀ ਸੀ ਤੇ ਅਜਾਮਲ ਜੀ ਉਸ ਗੱਲਾਂ 'ਚ ਫਸ ਚੁੱਕੇ ਸੀ, ਕਿਉਂਕਿ ਰੋਜ਼ ਉੱਥੋਂ ਹੀ ਆਉਂਦੇ ਜਾਂਦੇ ਸੀ। ਤੇ ਗੁਰੂ ਜੀ ਵਾਪਸ ਆ ਗਏ ਤੇ ਅਜਾਮਲ ਜੀ ਨੇ ਹੁਣ ਦੋਸ਼ ਤੇ ਕਰ ਬੈਠੇ ਸੀ। ਪਹਿਲਾ ਦੋਸ਼ ਉਹਨਾਂ ਨੇ ਕੀ ਕੀਤਾ ਸੀ ਕਿ ਗੁਰੂ ਜੀ ਦੀ ਆਗਿਆ ਦਾ ਉਲੰਘਣ ਕੀਤਾ ਸੀ। ਦੂਸਰਾ ਦੋਸ਼ ਉਹਨਾਂ ਨੇ ਕੀ ਕੀਤਾ ਸੀ ਕਿ ਉਹਨਾਂ ਦੇ ਉਲੰਘਣ ਕਰਨ ਤੋਂ ਬਾਅਦ ਗੁਰੂ ਜੀ ਦੇ ਨਾਲ ਝੂਠ ਬੋਲਿਆ। ਫਿਰ ਤੀਸਰਾ ਉਲੰਘਣ ਉਹਨਾਂ ਨੇ ਕੀ ਕੀਤਾ ਕਿ ਪਰ ਇਸਤਰੀ ਦਾ ਸਾਥ ਕੀਤਾ। ਜਦੋਂ ਉਹ ਬਾਜ਼ਾਰ ਚੋਂ ਜਾਂਦੇ ਸੀ, ਨਗਰੀ ਦੇ ਅੰਦਰੋਂ ਜਾਂਦੇ ਸੀ, ਜਦੋਂ ਗੁਰੂ ਜੀ ਨੇ ਉਹਨਾਂ ਦਾ ਪਿੱਛਾ ਕੀਤਾ, ਉਹਨਾਂ ਨੇ ਦੇਖਿਆ ਕਿ ਇੱਕ ਔਰਤ ਉਹਨਾਂ ਦਾ ਹੱਥ ਪਕੜ ਕੇ ਅੰਦਰ ਲੈ ਗਈ ਹੈ ਤੇ ਇਹ ਗੁਰੂ ਜੀ ਆਪਣੀ ਅੱਖੀਂ ਦੇਖ ਚੁੱਕੇ ਸੀ ਤੇ ਪਰ ਇਸਤਰੀ ਦਾ ਸਾਥ ਕੀਤਾ। ਔਰ ਜਦੋਂ ਤੀਸਰੀ ਇਹ ਗਲਤੀ, ਚੌਥੀ ਗਲਤੀ ਉਹਨਾਂ ਨੇ ਕੀ ਕੀਤੀ ਕਿ ਜਦੋਂ
ਪਰ ਇਸਤਰੀ ਕੋਲ ਜਾਂਦੇ ਸੀ, ਗਲਤ ਰਸਤੇ ਤੁਰਦੇ ਸੀ ਤੇ ਉੱਥੋਂ ਦੀ ਫਿਰ ਝੂਠ ਖਾਣੀ। ਤੇ ਇਹ ਸਾਰੀਆਂ ਗਲਤੀਆਂ ਦੇਖ ਕੇ ਜਦੋਂ ਗੁਰੂ ਜੀ ਤੇ ਵਾਪਸ ਆ ਗਏ। ਪਰ ਅਗਲੇ ਦਿਨ ਜਦੋਂ ਅਜਾਮਲ ਜੀ ਗੁਰੂ ਜੀ ਕੋਲ ਪਹੁੰਚੇ ਤੇ ਗੁਰੂ ਜੀ ਨੇ ਕਿਹਾ, ਅਜਾਮਲ ਤੇਰੀ ਸਿੱਖਿਆ ਪੂਰਨ ਹੋਈ, ਸੰਪੂਰਨ ਹੋਈ, ਤੁਹਾਨੂੰ ਅੱਗੇ ਹੋਰ ਪੜ੍ਹਾਈ ਦੀ ਲੋੜ ਨਹੀਂ ਹੈ। ਔਰ ਉਹਨਾਂ ਦੇ ਪਿਤਾ ਜੀ ਨੂੰ ਬੁਲਾਇਆ ਔਰ ਕਿਹਾ ਕਿ ਤੁਸੀਂ ਅਜਾਮਲ ਦਾ ਵਿਆਹ ਕਰ ਦਿਓ, ਹੁਣ ਇਹਦਾ ਕੁਆਰੇ ਰਹਿਣਾ ਠੀਕ ਨਹੀਂ ਹੈ। ਤੇ ਪਿਤਾ ਤੇ ਰਾਜ ਪੁਰੋਹਿਤ ਸੀ ਹੀ, ਤੇ ਉਹਨਾਂ ਨੇ ਅੱਛਾ ਵਰ, ਅੱਛਾ ਉਹ ਦੇਖ ਕੇ ਅੱਛਾ ਰਿਸ਼ਤਾ ਲੱਭਿਆ ਔਰ ਕੁਝ ਹੀ ਦਿਨਾਂ ਦੇ ਵਿੱਚ ਅਜਾਮਲ ਜੀ ਦਾ ਵਿਆਹ ਕਰ ਦਿੱਤਾ ਔਰ ਸੋਹਣੇ ਤਰੀਕੇ ਦੇ ਨਾਲ ਵਿਆਹ ਕੀਤਾ। ਪਰ ਇਹ ਜੋ ਦੋਸ਼ ਉਹਨਾਂ ਦੇ ਜੋ ਹਾਵੀ ਹੋ ਚੁੱਕੇ ਸੀ, ਹੁਣ ਅਸੀਂ ਵੀ ਤੇ ਇਹ ਜਿਹੜੀ ਮਾਇਆ ਨਗਰੀ 'ਚ ਅਸੀਂ ਵੀ ਤੇ ਫਸੇ ਹੋਏ ਆ, ਜੋ ਸਾਨੂੰ ਹਾਵੀ ਸਾਡੇ ਤੇ ਰਹਿੰਦੇ ਨੇ ਕਿ ਸਾਨੂੰ ਪਰਮਾਤਮਾ ਭੁੱਲਦੇ ਜਾਂਦੇ ਨੇ, ਸਾਡਾ ਮਨ ਨਹੀਂ ਲੱਗਦਾ ਅੱਛੇ ਕੰਮਾਂ 'ਚ, ਸ਼ੁਭ ਕੰਮਾਂ 'ਚ ਸਾਡਾ ਮਨ ਨਹੀਂ ਲੱਗਦਾ। ਤੇ ਅਜਾਮਲ ਜੀ ਦਾ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਵੀ ਉਹਨਾਂ ਨੇ ਬਾਜ਼ਾਰ ਵਿੱਚ ਜਾਣਾ ਪਰ ਇਸਤਰੀ ਦਾ ਸਾਥ ਕਰਨਾ ਛੱਡਿਆ ਨਹੀਂ। ਚਰਚਾ ਹੋਣ ਲੱਗ ਗਈ, ਪਤਨੀ ਨੇ ਰੋਕਿਆ ਪਰ ਉਹ ਨਹੀਂ ਮੰਨੇ। ਤੇ ਇਹ ਚਰਚਾ ਜਦੋਂ ਚਾਰੋਂ ਪਾਸੇ ਫੈਲੀ, ਪਿਤਾ ਤੇ ਬੜਾ ਗਹਿਰਾ ਸਦਮਾ ਪਿਆ ਤੇ ਉਹ ਚਿੰਤਾ ਦੇ ਨਾਲ ਉਹ ਅਕਾਲ ਚਲਾਣਾ ਕਰ ਗਿਆ। ਰਾਜੇ ਨੇ ਬੁਲਾਇਆ ਅਜਾਮਲ ਜੀ ਨੂੰ, ਰਾਜ ਪੁਰੋਹਿਤ ਬਣਾ ਦਿੱਤਾ ਇਹਨਾਂ ਨੂੰ। ਜਦੋਂ ਰਾਜ ਪੁਰੋਹਿਤ ਬਣਾਤਾ ਤੇ ਫਿਰ ਸਮਾਜ ਦੀ, ਧਰਮ ਦੀ ਔਰ ਰਾਜ ਦੀ ਇਹ ਸਾਰੀ ਜ਼ਿੰਮੇਵਾਰੀ ਅਜਾਮਲ ਜੀ ਉੱਤੇ ਆ ਗਈ। ਇਹ ਸਾਰੀ ਵੱਡੀ ਪਦਵੀ ਪਾਉਣ ਦੇ ਨਾਲ ਦੌਲਤ ਦੀ ਕਮੀ ਨਹੀਂ ਸੀ। ਜਦੋਂ ਦੌਲਤ ਦੀ ਕਮੀ ਨਹੀਂ ਹੁੰਦੀ ਤੇ ਸੁੱਖ ਸਾਰੇ ਆਉਂਦੇ ਨੇ। ਤੇ ਬਾਣੀ 'ਚ ਕੀ ਲਿਖਿਆ ਹੈ, ਦੁੱਖ ਦਾਰੂ ਸੁਖ ਰੋਗ ਪਿਆ। ਜਦੋਂ ਸੁੱਖ ਆਉਂਦੇ ਨੇ ਉਦੋਂ ਅਸੀਂ ਉਹ ਸੁਖ ਰੋਗ ਕਿਉਂ ਹੈ? ਕਿਉਂਕਿ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਔਰ ਜਦੋਂ ਦੁੱਖ ਹੁੰਦਾ ਹੈ, ਦੁੱਖ ਕੀ ਹੁੰਦਾ, ਇੱਕ ਔਸ਼ਧੀ ਹੁੰਦੀ ਹੈ। ਔਸ਼ਧੀ ਕਿਸ ਚੀਜ਼ ਦੀ ਹੁੰਦੀ ਹੈ? ਪਰਮਾਤਮਾ ਦੇ ਕੋਲ ਨੇੜੇ, ਉਹਦੇ ਨੇੜੇ ਹੋਣ ਦੀ ਔਸ਼ਧੀ ਹੈ, ਉਹਦੇ ਨੇੜੇ ਜਾਣ ਦੀ। ਤੇ ਸੁੱਖ ਆ ਗਏ, ਦੌਲਤ ਸੀ, ਉਹ ਐਸ ਹੋਰ ਕੰਮਾਂ 'ਚ ਫਸਦੇ ਗਏ। ਤੇ ਉਹਦੇ ਨਾਲ ਉਹਨਾਂ ਨੇ ਕੀ ਕੀਤਾ ਕਿ ਵਿਆਹ ਤੋਂ ਬਾਅਦ ਚੋਂ ਵੀ ਇੱਕ ਹੋਰ ਸੁੰਦਰ ਔਰਤ ਦਾ ਸਾਥ, ਕਲਾਵੰਤੀ ਜੀ ਦਾ ਨਾਮ ਸੀ, ਉਹਦਾ ਸਾਥ ਉਹ ਕਰਨ ਲੱਗ ਗਏ। ਪਤਨੀ ਨੇ ਬਹੁਤ ਰੋਕਿਆ ਪਰ ਉਹ ਮੰਨੇ ਨਹੀਂ। ਤੇ ਜਦੋਂ ਚਾਰੋਂ ਪਾਸੇ ਉਹਨਾਂ ਦੇ ਇੱਕ ਕੁਕਰਮਾਂ ਦੀ ਜਦੋਂ ਗੱਲ ਫੈਲ ਗਈ ਤੇ ਰਾਜ ਦਰਬਾਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ। ਰਾਜੇ ਨੇ ਪੁੱਛਿਆ, ਅਜਾਮਲ ਜੀ ਤੁਸੀਂ ਰਾਜ ਪੁਰੋਹਿਤ ਹੋ, ਰਾਜ ਪੰਡਿਤ ਹੋ? ਹਾਂਜੀ ਮਹਾਰਾਜ। ਕਿਆ ਤੁਹਾਨੂੰ ਇਹ ਸਭ ਕਰਮ ਕਰਨੇ ਸ਼ੋਭਾ ਦਿੰਦੇ ਹਨ? ਜੋ ਤੁਸੀਂ ਇਹ ਕੰਮ ਕਰ ਰਹੇ ਹੋ, ਜੋ ਤੁਹਾਡੀ ਇਹ ਚਰਚਾ ਹੋ ਰਹੀ ਹੈ, ਕਿਆ ਤੁਸੀਂ ਆਪਣੇ ਕੰਨੀ ਨਹੀਂ ਸੁਣਿਆ? ਸੁਣਿਆ ਹੈ ਮਹਾਰਾਜ। ਤੇ ਫਿਰ ਤੁਸੀਂ ਇਹ ਕਰਮ ਕਿਉਂ ਕਰਦੇ ਹੋ? ਪਰ ਅਜਾਮਲ ਜੀ ਇਸ ਕੰਮਾਂ 'ਚ ਫਸ ਚੁੱਕੇ ਸੀ। ਐਨੇ ਦੋਸ਼, ਝੂਠ ਬੋਲਣਾ, ਆਗਿਆ ਦਾ ਉਲੰਘਣ ਕਰਨਾ, ਨਸ਼ਿਆਂ ਦੀ ਆਦਤ ਪੈ ਗਈ ਸੀ, ਬੁਰੀਆਂ ਔਰਤਾਂ ਦਾ ਸਾਥ, ਇਹ ਸਭ। ਉਸ ਤੋਂ ਉੱਪਰ ਇਹ ਸਭ ਕੰਮਾਂ ਕਰਨ ਤੋਂ ਬਾਅਦ ਉਹ ਨਿਰਲਜ ਵੀ ਹੋ ਗਏ ਸੀ। ਕਿਸ ਤਰ੍ਹਾਂ? ਜਦੋਂ ਰਾਜਾ ਨੇ ਪੁੱਛਿਆ ਕਿ ਤੁਸੀਂ ਕੰਮ ਛੱਡੋਗੇ ਨਹੀਂ? ਤੇ ਉਹਨਾਂ ਨੇ ਕਿਹਾ, ਨਹੀਂ ਮਹਾਰਾਜ, ਮੈਂ ਉਹਨੂੰ ਛੋੜ ਨਹੀਂ ਸਕਦਾ। ਤੇ ਉਹਦੇ ਰੂਪ ਦੇ ਕਿ ਉਹਦਾ ਰੂਪ ਇੰਨਾ ਮੈਨੂੰ ਮੋਹਿਤ ਕਰਦਾ ਹੈ। ਉਹ ਨਿਰਲਜਤੀ ਤੇ ਆ ਗਏ। ਉਹ ਆਪਣੀ ਹੋਂਦ ਭੁੱਲ ਗਏ ਕਿ ਮੈਂ ਕੀ ਗੱਲ ਕਰਨੀ ਹੈ, ਕੀ ਨਹੀਂ। ਤੇ ਰਾਜਾ ਨੇ ਕਿਹਾ ਕਿ ਅਗਰ ਤੁਸੀਂ ਇਹ ਕੰਮ ਨਹੀਂ ਛੱਡੋਗੇ ਤੇ ਉਹਨਾਂ ਨੂੰ ਇਹ ਪਦਵੀ ਛੋੜਨੀ ਪਏਗੀ। ਉਹਨਾਂ ਦੇ ਅਜਾਮਲ ਜੀ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਸੀ। ਰਾਜ ਦਰਬਾਰ ਦੇ ਵਿੱਚ ਸਾਰੇ ਜੋ ਦਰਬਾਰੀ ਸੀਗੇ ਉਹ ਹੈਰਾਨ ਹੋ ਗਏ ਕਿ ਇਹ ਮਹਾਰਾਜ ਨੇ ਉਹਨਾਂ ਨੂੰ ਪਦਵੀ ਤੋਂ ਹਟਾ ਦਿੱਤਾ, ਰਾਜ ਪੁਰੋਹਿਤ ਦੀ ਪਦਵੀ ਤੋਂ ਹਟਾ ਦਿੱਤਾ। ਪਰ ਅਜਾਮਲ ਜੀ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਸੀ।
ਉਹ ਕਹਿੰਦੇ ਮੈਂ ਸਭ ਕੁਝ ਛੋੜ ਸਕਦਾ ਹੈ, ਪਰ ਮੈਂ ਕਲਾਵੰਤੀ ਦਾ ਸਾਥ ਨਹੀਂ ਛੋੜ ਸਕਦਾ। ਤੇ ਰਾਜਾ ਨੇ ਕਿਹਾ ਜੋ ਤੁਹਾਡੀ ਜਾਇਦਾਦ ਹੈ ਉਹ ਤੁਹਾਡੀ ਪਤਨੀ ਔਰ ਬੱਚੇ ਵਾਸਤੇ ਰਹੇਗੀ, ਤੁਸੀਂ ਨਗਰੀ ਤੋਂ ਬਾਹਰ ਚਲੇ ਜਾਓ। ਔਰ ਨਗਰ ਵਾਸੀਆਂ ਨੂੰ ਕਿਹਾ ਕਿ ਕੋਈ ਵੀ ਨਗਰ ਵਾਸੀ ਉਹਨਾਂ ਦੀ ਮਦਦ ਨਹੀਂ ਕਰੇਗਾ। ਹੁਣ ਰਾਜਾ ਦਾ ਇਹ ਹੁਕਮ ਸੀ। ਪਤਨੀ ਨੂੰ ਬਹੁਤ ਬੁਰਾ ਲੱਗਿਆ, ਪਰ ਰਾਜਾ ਦੀ ਆਗਿਆ ਦਾ ਉਲੰਘਣ ਵੀ ਨਹੀਂ ਕੀਤਾ ਜਾ ਸਕਦਾ ਸੀ। ਤੇ ਅਜਾਮਲ ਜੀ ਨੇ ਕੀ ਕੀਤਾ, ਕਲਾਵੰਤੀ ਨੂੰ ਨਾਲ ਲਿਆ ਔਰ ਨਗਰੀ ਤੋਂ ਬਾਹਰ ਚਲੇ ਗਏ ਔਰ ਇੱਕ ਕੁਟੀਆ ਪਾ ਲਈ। ਜਦੋਂ ਕੁਟੀਆ ਪਾ ਲਈ, ਥੋੜੇ ਦਿਨ ਬੀਤੇ, ਫਿਰ ਖਾਣ ਦੇ ਲਾਲੇ ਪੈ ਗਏ। ਕੀ ਕਰਨਗੇ, ਕਿਉਂਕਿ ਨਗਰੀ 'ਚੋਂ ਆ ਜਾ ਨਹੀਂ ਸਕਦੇ ਸੀ ਔਰ ਸਾਰਿਆਂ ਨੂੰ ਕੋਈ ਉਹਨਾਂ ਦੀ ਮਦਦ ਵੀ ਨਹੀਂ ਕਰ ਸਕਦਾ ਸੀ। ਤੇ ਇਸ ਲਈ ਉਹ ਹੁਣ ਕੀ ਕਰਨ, ਖਾਣ ਕਿਸ ਤਰ੍ਹਾਂ। ਉਹਨਾਂ ਨੇ ਫਿਰ ਕੀ ਕੀਤਾ, ਆਪਣੇ ਗੁਜ਼ਾਰੇ ਵਾਸਤੇ ਉਹ ਪੰਛੀਆਂ ਦੀ, ਚਿੜੀਆਂ ਦੀ, ਤਿੱਤਰ ਬਟੇਰਾਂ ਦੇ ਉਹ ਸ਼ਿਕਾਰ ਕਰਨ ਲੱਗ ਗਏ। ਤੇ ਫਿਰ ਕੀ ਕਰਨਾ ਸੀ, ਜੋ ਸ਼ਿਕਾਰ ਉਹਨਾਂ ਨੇ ਕਰਨਾ ਸੀ ਫਿਰ ਉਹੀ ਖਾਣਾ ਸੀ। ਤੇ ਕਲਾਵਤੀ ਦੇ ਨਾਲ ਰਹਿੰਦੇ ਰਹਿੰਦੇ ਉਹਨਾਂ ਦੇ 3-4 ਬੱਚੇ ਹੋ ਗਏ। ਸ਼ਿਕਾਰ ਕਰਕੇ ਲਿਆਂਦੇ, ਉਹੀ ਮਾਸ ਖਾਂਦੇ ਤੇ ਫਿਰ ਉੱਥੇ ਹੀ ਰਹਿੰਦੇ। ਔਰ ਇਸ ਤਰ੍ਹਾਂ ਕਦੀ ਸ਼ਿਕਾਰ, ਕਦੀ ਉਹ ਵਿਕਣਾ, ਕਦੀ ਨਹੀਂ ਵਿਕਣਾ, ਮਾਸ ਵਿਕਣਾ, ਕਦੀ ਨਹੀਂ ਵਿਕਣਾ। ਤੇ ਜੋ ਥੋੜਾ ਬਹੁਤ ਪੈਸਾ ਆਣਾ, ਕਦੀ ਆਣਾ, ਕਦੀ ਨਹੀਂ ਆਣਾ। ਤੇ ਇਹ ਸਾਰੀ ਚੀਜ਼ਾਂ ਦੇਖ ਕੇ ਉਹ ਖਿਜਣ ਲੱਗ ਪਏ। ਸਾਰਿਆਂ ਨਾਲ ਕ੍ਰੋਧ ਉਹਨਾਂ ਨੂੰ ਆਉਣ ਲੱਗ ਗਿਆ। ਕੋਈ ਵੀ ਉਹਨਾਂ ਨੂੰ ਕੁਝ ਪੁੱਛਦਾ, ਬੜੇ ਬੁਰੇ ਤਰੀਕੇ ਦੇ ਨਾਲ ਉਹਨਾਂ ਨੂੰ ਜਵਾਬ ਦਿੰਦੇ। ਕਿਉਂਕਿ ਖਾਣਾ ਉਹਨਾਂ ਦਾ ਪੂਰਾ ਨਹੀਂ ਪੈਂਦਾ ਸੀ, ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਸੀ। ਔਰ ਇਸ ਤਰ੍ਹਾਂ ਹੀ ਫਿਰ ਉਹ ਬਿਮਾਰ ਵੀ ਰਹਿਣ ਲੱਗ ਗਏ। ਕਰਦੇ ਕਰਦੇ ਦਿਨ ਬੀਤਦੇ ਗਏ, 7 ਪੁੱਤਰ ਹੋ ਗਏ। ਤੇ 7ਵੇਂ ਪੁੱਤਰ ਦਾ ਨਾਮ ਉਹਨਾਂ ਨੇ ਰੱਖਿਆ ਨਰਾਇਣ। ਹੁਣ ਇਹ ਸਾਰੇ ਮਾਸ ਵੇਚਣਾ, ਇਹ ਕਰਨਾ, ਔਰ ਇਹ ਹੋ ਗਏ ਹੁਣ ਅਜਾਮਲ ਤੋਂ, ਪਾਪੀ ਅਜਾਮਲ ਦੇ ਨਾਮ ਤੋਂ ਇਹ ਜਾਣੇ ਜਾਂਦੇ ਸੀ। ਹੁਣ ਬਾਣੀ ਦੇ ਵਿੱਚ ਇਹਨਾਂ ਦਾ ਅਜਾਮਲ ਜੀ ਦਾ ਕਿਉਂ ਨਾਮ ਹੈ, ਇਹ ਅਸੀਂ ਦੇਖਣਾ ਹੈ ਕਿ ਇਹਨੇ ਇਹ ਕੁਕਰਮ ਵੀ ਕਰਦੇ ਰਹੇ ਨੇ। ਫਿਰ ਇਹਨਾਂ ਦਾ ਬਾਣੀ 'ਚ ਕਿਸ ਤਰ੍ਹਾਂ ਨਾਮ ਆਇਆ ਹੈ। ਕੁਝ ਕੀ ਹੁੰਦਾ ਹੈ ਕਿ ਕੁਝ ਦਿਨਾਂ ਬਾਅਦ ਉੱਥੇ ਸਾਧੂ ਜਾ ਰਹੇ ਹੁੰਦੇ ਨੇ। ਤੇ ਜਦੋਂ ਮਾੜੇ ਦਿਨ ਹੁੰਦੇ ਨੇ ਉਦੋਂ ਫਿਰ ਪਰਮਾਤਮਾ ਵੀ ਯਾਦ ਆਉਂਦਾ। ਤੇ ਇਹਨਾਂ ਦੀ ਜਿਹੜੀ ਧਰਮ ਪਤਨੀ ਸੀ, ਜੋ ਕਲਾਵੰਤੀ ਸੀ, ਉਹ ਮਨ 'ਚ ਸੋਚਦੀ ਹੈ ਕਿ ਮੈਂ ਤੇ ਬੜੇ ਬੁਰੇ ਕੰਮ ਕੀਤੇ। ਅਗਰ ਮੈਂ ਰਾਜਾ ਕੋ ਉਸ ਟਾਈਮ ਤੇ ਮਾਫੀ ਮੰਗ ਲੈਂਦੀ ਔਰ ਮੈਂ ਇਹਦਾ ਸਾਥ ਛੋੜ ਦਿੰਦੀ ਤੇ ਅੱਜ ਮੈਂ ਸੁਖੀ ਹੁੰਦੀ। ਪਰ ਹੁਣ ਮੈਂ ਆਪਣਾ ਜੀਵਨ ਵੀ ਨਸ਼ਟ ਕੀਤਾ, ਮੈਂ ਅਜਾਮਲ ਦਾ ਜੀਵਨ ਵੀ ਨਸ਼ਟ ਕੀਤਾ। ਉਹ ਪਰਮਾਤਮਾ ਤੋਂ ਕਹਿੰਦੀ ਹੈ ਕਿ ਮੈਂ ਬਹੁਤ ਗਲਤ ਕੰਮ ਕੀਤਾ। ਤੇ ਜਦੋਂ ਮਨ ਤੋਂ ਪਛਤਾਵਾ ਹੁੰਦਾ ਹੈ ਉਦੋਂ ਫਿਰ ਵਾਹਿਗੁਰੂ ਵੀ ਸਾਡੀ ਸੁਣਦੇ ਨੇ। ਤੇ ਜਾਂਦੇ ਜਾਂਦੇ ਇੱਕ ਦਿਨ ਕੀ ਹੁੰਦਾ ਹੈ ਕਿ 2 ਸਾਧੂ ਉਹਨਾਂ ਦੀ ਕੁਟੀਆ ਦੀ ਤਰਫ ਆਉਂਦੇ ਨੇ ਔਰ ਆ ਕੇ ਕਹਿੰਦੇ ਨੇ ਕਲਾਵੰਤੀ ਨੂੰ ਕਿ ਸਾਨੂੰ ਭੋਜਨ ਖਾਣਾ ਹੈ। ਪਰ ਉਹਨਾਂ ਦੇ ਘਰ ਤੇ ਕੁਝ ਹੁੰਦਾ ਨਹੀਂ। ਉਹ ਕਹਿੰਦੇ ਹੁਣੇ ਮੇਰੇ ਪਤੀ ਆਣਗੇ, ਫਿਰ ਮੈਂ ਆਪ ਜੀ ਨੂੰ ਭੋਜਨ ਛਕਾਵਾਂਗੀ। ਤੇ ਸ਼ਾਮ ਪੈ ਜਾਂਦੀ ਹੈ ਤੇ ਭੋਜਨ ਵਿੱਚ ਕੀ ਆਂਦਾ, ਤਿੱਤਰ ਬਟੇਰ, ਚਿੜੀਆਂ, ਪੰਛੀ ਉਹ ਸ਼ਿਕਾਰ ਕਰਕੇ ਅਜਾਮਲ ਜੀ ਲਿਆਂਦੇ ਨੇ। ਪਤਨੀ ਕਹਿੰਦੀ ਹੈ ਅਜਾਮਲ ਜੀ ਅੱਜ ਸਾਡੇ ਘਰ ਸਾਧੂ ਆਏ ਨੇ ਤੇ ਅਸੀਂ ਘਰ ਵਿੱਚ ਮਾਸ ਨਹੀਂ ਪਕਾਣਾ, ਕਿਉਂਕਿ ਸਾਡੇ ਕੋਲ ਪਹਿਲਾਂ ਹੀ ਬੜੇ ਕੁਕਰਮ ਹੋ ਚੁੱਕੇ ਨੇ। ਅਸੀਂ ਪਹਿਲਾਂ ਹੀ ਬੜੀਆਂ ਗਲਤੀਆਂ ਕਰ ਬੈਠੇ ਹਾਂ। ਹੁਣ ਸਾਧੂ ਸਾਡੇ ਘਰ ਆਏ ਨੇ, ਅਸੀਂ ਉਹਨਾਂ ਨੂੰ ਭੋਜਨ ਛਕਾਣਾ ਹੈ ਤੇ ਅਸੀਂ ਅੱਜ ਘਰ 'ਚ ਮਾਸ ਨਹੀਂ ਪਕਾਵਾਂਗੇ। ਅਜਾਮਲ ਜੀ ਨੂੰ ਗੱਲ ਠੀਕ ਲੱਗਦੀ ਹੈ। ਉਹ ਕਹਿੰਦੇ ਨੇ ਠੀਕ ਹੈ। ਤੇ ਉਹ ਸਾਧੂ ਜੀ ਨੂੰ ਕੀ ਕਹਿੰਦੇ ਨੇ ਕਿ ਅਸੀਂ ਕੀ ਖਵਾਈਏ। ਤੇ ਉਹਨਾਂ ਦੇ ਘਰ ਕੁਝ ਚਨੇ ਹੁੰਦੇ ਨੇ, ਭੁੰਨੇ ਹੋਏ ਚਨੇ ਔਰ ਗੁੜ ਹੁੰਦਾ। ਤੇ ਉਹ ਦੋਨੋਂ ਪਤੀ ਪਤਨੀ ਕੀ ਕਰਦੇ ਨੇ ਕਿ ਸਾਧੂਆਂ ਦੇ ਅੱਗੇ ਚਨੇ ਔਰ ਗੁੜ ਰੱਖਦੇ ਨੇ ਔਰ ਬੇਨਤੀ ਕਰਦੇ ਨੇ ਕਿ ਮਹਾਰਾਜ ਅਸੀਂ ਬਹੁਤ ਗਰੀਬ ਹਾਂ ਔਰ ਅਸੀਂ ਬਹੁਤ ਕੁਕਰਮ ਕਰ ਚੁੱਕੇ ਹਾਂ। ਸਾਡੇ ਕੋ ਖਾਣ ਨੂੰ ਕੁਝ ਨਹੀਂ ਹੈ, ਤੁਹਾਡੀ ਆਓ ਭਗਤ ਕਰਨ ਨੂੰ ਕੁਝ ਨਹੀਂ ਹੈ।
ਤੁਸੀਂ ਇਹ ਚਨੇ ਔਰ ਗੁੜ ਛਕੋ ਔਰ ਤੁਸੀਂ ਸਾਡੇ ਵਾਸਤੇ परमात्मा प्रभु दे अगे बेनती करो, अरदास करो कि साडे ओ पाप बख्शान और सानू ओ ऐस साडे पाप बख्शान और साडी फरियाद सुनन, साडे दुख कट्टन। ते ओ जेड़े साधु हुंदे ने ओ कहंदे असी अपनी दिव्य दृष्टि दे नाल असी देख चुके हाँ कि अजामल तुसी की करदे सी और की कीता है और हुण तुसी कित्थे हो। ते फिर उन्हां नूं कहंदे ने, अरदास करदे ने, कहंदे तुसी अपने पुत्र दा नाम नारायण रखिया है, छोटे पुत्र दा नाम, ते तुसी इहनूं बहुत प्यार करना है और तुसी हर गल च तुसी अपने पुत्र नूं ओहदा नाम लैके बुलाना है, नारायण कह के बुलाना है। ते ਉਹ ਕਹਿੰਦੇ ਨੇ ਹਾਂਜੀ महाराज जिस तरह तुसी कहो, जो हुक्म कहो। ਉਹ ਇਹ ਉਪਦੇਸ਼ ਦੇ ਕੇ ਸਾਧੂ ਚਲੇ ਜਾਂਦੇ ਨੇ। ਅਜਾਮਲ ਜੀ ਨੂੰ ਗੱਲ ਸਮਝ ਆ ਜਾਂਦੀ ਹੈ, ਵਿਦਵਾਨ ਤੇ ਸੀ ਗਈ, ਤੇ ਉਹ ਆਪਣੇ ਛੋਟੇ ਪੁੱਤਰ ਨੂੰ ਹਰ ਗੱਲ ਦੇ ਵਿੱਚ ਨਾਰਾਇਣ ਬੇਟਾ ਖਾਣਾ ਖਾ ਲਓ, ਬੇਟਾ ਨਾਰਾਇਣ ਇੱਥੇ ਆਓ, ਬੇਟਾ ਨਾਰਾਇਣ ਇਹ ਨਾ ਕਰੋ, नारायण ਇਹ ਨਾ ਕਰੋ। ਹਰ ਗੱਲ ਦੇ ਵਿੱਚ ਇੱਕ ਗੱਲ ਦੇ ਵਿੱਚ 4-4 ਵਾਰੀ ਉਹਨਾਂ ਨੇ ਨਾਰਾਇਣ ਕਹਿਣਾ। ਤੇ ਨਾਰਾਇਣ ਕਹਿੰਦੇ ਜਦੋਂ ਉਹ ਨਾਰਾਇਣ ਉਹਨਾਂ ਦੇ ਮੂੰਹ ਤੇ ਆਂਦਾ ਗਿਆ, ਬਾਰ-ਬਾਰ ਆਂਦਾ ਗਿਆ, ਤੇ ਉਹਨਾਂ ਦੇ ਮਨ ਨੂੰ ਇੱਕ ਸਕੂਨ ਮਿਲਣਾ, ਇੱਕ ਸ਼ਾਂਤੀ ਮਿਲਣੀ ਸ਼ੁਰੂ ਹੋ ਗਈ। ਤੇ परमात्मा ने भी फिर अपनी लीला वरसाई। जदों उन्हां दे मन च शांति आनी शुरू हो गई, नारायण मूँह ते उन्हां दे वस गया, ते फिर वो जो भी शिकार करके लियांदे वो जल्दी जल्दी विकन भी लग गया, पैसा भी आन लग गया। कुटिया च ते रहिंदे सी पर दिन सौखे हो गए, अन्न खाण नूं मिलण लग गया, ते नारायण जपदे गए ते उन्हां नूं सुख मिलदा गया। फिर दिन बीतते गए, अंत ते सब दा आंदा। ते जदों अजामल जी दा अंत आया, अखां बंद होण लगियां, ते उन्हां नूं दिखिया कि जो उन्हां ने कुकर्म कीते ने उन्हां नूं जम दिखण लग गए, कि उन्हां नूं जम लैण आए ने। और उन्हां नूं दिखिया कि नरक दी अग दिखण लग गई, और दिखण लग गया कि नरक दे विच की भोगना पैंदा है। डर गए, बहुत ज़्यादा डर गए, और डर दे विच जोर दी उन्हां नूं जम दिख रहे सी, क्योंकि उन्हां दा अंतकाल आ गया सी, अखां उन्हां दियां बंद हो रही सी, ते डर दे नाल जोर दी उन्हां ने नारायण आओ, उन्हां ने बेटा शब्द नहीं लगाया, नारायण दे नाल उन्हां ने कहना शुरू करता, नारायण आओ, नारायण मेरे कोल आओ, नारायण मेरे ते किरपा करो, नारायण ओ नारायण कही जाए। नारायण सुन के जिहड़े जम भी सीगे वो एक पासे हो गए। ते की होया जदों पासे होए, फिर उत्ते एकदम रोशनी आई, ते ओह उत्थों दा जिहड़ा एक वातावरण सी, इन्ना अद्भुत वातावरण हो गया कि वो बयान नहीं किया जा सकता। रोशनी, अद्भुत वातावरण, ते उस समय च नारायण कह के अजामल जी दे शरीर दे विचों उन्हां दी आत्मा ने स्वर्ग वल लै गए, वो रोशनी दे विच लीन हो गए। ते ए जिस तरह अजामल जी पापी नूं नारायण कह के वाहिगुरु ने तारिया, ते इसी तरह बाणी ने लिखिया है, भाई गुरदास जी ने क्या है, अजामल प्रीत पुत्र प्रतिकीनी का नारायण बुलारे, मेरे ठाकुर के मन भाए भावनी जम कंकड़ मार बिदारे। कहते ने जे ना जिस तरह उन्होंने बेटे नाल प्रीत करके नारायण उन्होंने पुकारिया, ते उन्हों दा भी प्रभु ने उधार किया। बाणी विच भी लिखिया है, अंतकाल नारायण सिमरे ऐसी चिंता मैं जो मरे, कि जे मरे
कि जो अंत काल च नारायण प्रभु ਨੂੰ ਧਿਆਉਂਦੇ ਨੇ, ਜੇ ਅਗਰ ਪਾਪੀਆਂ ਦਾ ਉद्धार ਹੋ ਸਕਦਾ ਹੈ ਤੇ ਅਸੀਂ ਅੰਤ ਕਾਲ ਦੀ ਅਸੀਂ ਕਿਉਂ ਵੇਟ ਕਰਦੇ ਹਾਂ? ਜਦੋਂ ਸਾਨੂੰ ਅਸੀਂ ਸੁਣੀਏ ਕਿ ਇਹ ਨਾਮ ਸਿਮਰਨ ਦੇ ਨਾਲ ਸਾਡੀ ਗਤੀ ਹੈ, ਸਾਨੂੰ ਉਸ ਟਾਈਮ ਤੋਂ ਹੀ ਸਮਝ ਲੈਣਾ ਚਾਹੀਦਾ ਹੈ, ਸਾਨੂੰ ਉਸ ਟਾਈਮ ਤੋਂ ਹੀ ਆਪਣੇ ਮਨ 'ਚ ਇਹ ਠਾਣ ਲੈਣਾ ਚਾਹੀਦਾ ਹੈ ਕਿ ਅਸੀਂ ਪ੍ਰਭੂ ਦਾ ਸਿਮਰਨ ਕਰਨਾ ਹੈ, ਅਸੀਂ ਪ੍ਰਭੂ ਦਾ ਚਿੰਤਨ ਕਰਨਾ ਹੈ। ਅਗਰ ਅਜਾਮਲ ਜੀ ਨੂੰ, ਅਗਰ ਪਾਪੀਆਂ ਨੂੰ ਬਾਬਾ ਜੀ ਤਾਰ ਸਕਦੇ ਨੇ ਤੇ ਅਸੀਂ ਵੀ ਤੇ ਪਾਪੀ ਹਾਂ, ਅਸੀਂ ਵੀ ਪਾਪੀ ਹਾਂ, ਅਸੀਂ ਵੀ ਤੇ ਉਹ ਸਭ ਕੁਕਰਮ ਕਰ ਰਹੇ ਹਾਂ, ਅਸੀਂ ਵੀ ਰੋਜ਼ ਝੂਠ ਬੋਲਦੇ ਹਾਂ, ਅਸੀਂ ਵੀ ਗੁਰੂ ਦੀ ਆਗਿਆ ਦਾ ਪਾਲਨ ਨਹੀਂ ਕਰਦੇ। ਉਹਨਾਂ ਨੇ ਅਗਰ ਆਪਣੀ ਗੁਰੂ ਦੀ ਆਗਿਆ ਦਾ ਉਲੰਘਣ ਕੀਤਾ ਤੇ ਅਸੀਂ ਵੀ ਤੇ ਆਪਣੀ ਗੁਰੂ ਦੀ ਆਗਿਆ ਦਾ ਉਲੰਘਣ ਰੋਜ਼ ਕਰਦੇ ਹਾਂ। ਅਸੀਂ ਵੀ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਅਸੀਂ ਵੀ ਤੇ ਉਹ ਜੋ ਸਾਨੂੰ ਕਹਿੰਦੇ ਨੇ ਅਸੀਂ ਪੜ੍ਹ ਤੇ ਲੈਂਦੇ ਹਾਂ, ਪਰ ਅਸੀਂ ਵੀ ਉਹਨਾਂ ਦੀ ਆਗਿਆ ਦਾ ਰੋਜ਼ ਹੀ ਉਲੰਘਣ ਕਰਦੇ ਹਾਂ। ਤੇ ਇਸ ਲਈ ਕੋਸ਼ਿਸ਼ ਕਰੀਏ ਸੰਗਤ ਜੀ ਕਿ ਅਸੀਂ ਵੀ ਬਾਣੀ ਦੇ ਨਾਲ ਜੁੜੀਏ, ਬਾਬਾ ਜੀ ਤੋਂ ਅਸੀਂ ਵੀ ਅਰਦਾਸ ਕਰੀਏ ਕਿ ਸਾਡੇ ਤੇ ਵੀ ਮਿਹਰ ਕਰੋ, ਕਿਉਂਕਿ ਬਾਣੀ ਵਿੱਚ ਵੀ ਲਿਖਿਆ ਕਿ ਜਿੰਨੇ ਗੰਦੇ ਨਦੀ ਨਾਲੇ ਜਦੋਂ ਸੁਰਸਰੀ 'ਚ ਜਾ ਕੇ ਮਿਲ ਜਾਂਦੇ ਨੇ ਉਹ ਫਿਰ ਗੰਗਾ ਬਣ ਜਾਂਦੀ ਹੈ। ਜਦੋਂ ਉਹ ਪਵਿੱਤਰ ਨਦੀ ਦੇ ਵਿੱਚ ਚਾਹੇ ਗੰਦੇ ਟੋਏ ਟੱਬਰ ਜਿੰਨੇ ਗੰਦੇ ਨਾਲੇ ਹੁੰਦੇ, ਅਸੀਂ ਵੀ ਗੰਦੇ ਨਾਲੇ ਆ। ਜਦੋਂ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਕਰਾਂਗੇ ਅਸੀਂ ਤਾਂ ਹੀ ਉੱਥੇ ਅਸੀਂ ਜਗ੍ਹਾ ਪਾਵਾਂਗੇ। ਤੇ ਅੱਗੇ ਇੱਥੇ ਹੈ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਜਿਸ ਤਰ੍ਹਾਂ ਉਹਨੂੰ ਅੰਤ ਕਾਲ ਦੇ ਵਿੱਚ ਨਾਰਾਇਣ ਕਹਿਣ ਦੀ ਉਹਦੀ ਸੁਧ ਆਈ ਹੈ, ਤਾਂ ਗਤ ਕੋ ਜੋਗੀ ਸਰ ਬਾਛਤ ਸੋ ਗਤ ਛਿਨ ਮੈਂ ਪਾਈ। ਮਤਲਬ ਕਿ ਜਿਹੜੀ ਚੀਜ਼ ਨੂੰ ਜੋਗੀ ਇੰਨੇ ਚਿਰ ਤੱਕ ਉਹ ਲੋਚਦੇ ਰਹਿੰਦੇ ਨੇ ਕਿ ਉਹਨਾਂ ਨੂੰ ਮੁਕਤੀ ਮਿਲ ਜਾਏ ਉਹਨਾਂ ਨੂੰ, ਉਹ ਅਜਾਮਲ ਜੀ ਨੂੰ ਇੱਕ ਛਿਨ 'ਚ ਮਿਲ ਗਈ, ਉਹ ਗਤੀ ਉਹਨਾਂ ਨੂੰ ਇੱਕ ਛਿਨ 'ਚ ਮਿਲ ਗਈ। ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨੀ। ਤੇ ਜਿਸ ਤਰ੍ਹਾਂ ਬਾਬਾ ਜੀ ਨੇ ਪ੍ਰਭੂ ਨੇ ਗੱਜ ਦੀ ਸਹਾਇਤਾ ਵੀ ਕੀਤੀ ਸੀ, ਉਸੇ ਤਰ੍ਹਾਂ ਕਿਉਂਕਿ ਗੱਜ ਨੂੰ ਨਾ ਕੁਝ ਧਰਮ ਦਾ ਗਿਆਨ ਸੀ, ਨਾ ਦੇ ਉਹਦੇ ਵਿੱਚ ਕੋਈ ਗੁਣ ਸੀਗਾ, ਤੇ ਸਾਡੇ ਵਿੱਚ ਵੀ ਕੋਈ ਗੁਣ ਨਹੀਂ ਹੈ, ਸਾਨੂੰ ਵੀ ਕੋਈ ਗਿਆਨ ਨਹੀਂ ਹੈ। ਤੇ ਇਸ ਲਈ ਅਸੀਂ ਪਰਮਾਤਮਾ ਨੂੰ ਅਸੀਂ ਬੇਨਤੀ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਗੱਜ ਦੀ ਸਹਾਇਤਾ ਕੀਤੀ, ਜਿਸ ਤਰ੍ਹਾਂ ਤੁਸੀਂ ਅਜਾਮਲ ਜੀ ਨੂੰ ਤਾਰਿਆ, ਜਿਸ ਤਰ੍ਹਾਂ ਤੁਸੀਂ ਪਾਪੀਆਂ ਨੂੰ ਤਾਰਿਆ, ਸਾਡੀ ਵੀ ਤੁਸੀਂ ਬੇਨਤੀ ਸੁਣੋ, ਸਾਡੇ ਵੀ ਮਨ ਨੂੰ ਤੁਸੀਂ ਆਪਣੇ ਚਰਨਾਂ ਨਾਲ ਜੋੜੋ ਕਿ ਅਸੀਂ ਤੁਹਾਡਾ ਨਾਮ ਸਿਮਰਨ ਕਰੀਏ। ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਹਿ ਦੀਨਾ ਕੀ। ਉਹਨਾਂ ਨੂੰ ਅਭੈ ਦਾਨ ਦਿੱਤਾ, ਉਹਨਾਂ ਨੂੰ ਤਾਰਿਆ, ਉਹਨਾਂ ਨੂੰ ਮੁਕਤੀ ਮਿਲੀ। ਤੇ ਵਾਹਿਗੁਰੂ ਜੀ ਇੰਨੀ ਸੇਵਾ ਪ੍ਰਵਾਨ ਕਰਨਾ, ਜੋ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣ ਉਹਦੀ ਖਿਮਾ ਕਰ ਦੇਣਾ। ਆਓ ਸੰਗਤ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਸ਼ਬਦ ਹੁਣ ਗਾਇਨ ਕਰੀਏ।
जन्म जन्म के पाप खोए कै फुन बैकुंठ सिधावे। जिस तरह अजामल जी नूं बैकुंठ च जगह मिली, उसे तरह है कि जन्म जन्म के पाप खोई कै फुन बैकुंठ सिधावे। जन्म जन्म के पाप खोए कै फुन बैकुंठ सिधावे। फुन बैकुंठ सिधावे। ओट ले हो हर नामा। ओट ले हो हर नामा रे मन। ओट ले हो
विश्व दी चादर तेग बहादुर, विश्व दी चादर तेग बहादुर। जो हिंद दी चादर तेग बहादुर कहते ने, उस समय दा हिंद, अफगानिस्तान, तिब्बत, ये सारा उदों हिंदुस्तान च सी ते उदों हिंदुस्तान बहुत वड्डा सी ते हुण हिंद छोटा है। पर गुरु तेग बहादुर विश्व दी चादर ने, सिर्फ हिंद दी चादर नहीं है। तेग बहादुर विश्व दी चादर, तेग बहादुर विश्व दी चादर, तेग बहादुर विश्व दी चादर, तेग बहादुर विश्व दी चादर। ओट ले हो हर नामा, ओट ले हो हर नामा, तेरा एक नाम तारे संसार। तेग बहादुर सिमरिया, तेग बहादुर सिमरिया, तेग बहादुर सिमरिया, करनो नित आवे